ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰਹੁ ਹਰੇ। ਧੰਨ ਵਾਹਿਗੁਰੂ ਜੀ। ਚੇਤ ਬਸੰਤ ਭਲਾ, ਭਵਰ ਸੁਹਾਵੜੇ। ਬਨ ਫੂਲੇ ਮੰਝ ਬਾਰ, ਮੈਂ ਪੇਰ ਘਰ ਬਾਹੁੜੈ। ਪੇਰ ਘਰ ਨਹੀਂ ਆਵੈ, ਕਿਉ ਸੁਖ ਪਾਵੈ। ਬਿਰਹਿ ਵਿਰੋਧ ਤਨ ਛੀਜੈ, ਕੋਕਿਲ ਅੰਬ ਸੁਹਾਵੀ ਬੋਲੇ। ਕਿਉ ਦੁਖ ਅੰਕ ਸਹੀਜੈ, ਭਵਰ ਭਵੰਤਾ ਫੂਲੀ ਡਾਲੀ। ਕਿਉ ਜੀਵਾਂ ਮਰ ਮਾਏ, ਨਾਨਕ ਚੇਤ ਸਹਿਜ ਸੁਖ ਪਾਵੈ। ਜੇ ਹਰ ਵਾਰ ਘਰ ਧਨ ਪਾਏ, ਨਾਨਕ ਚੇਤ ਸਹਿਜ ਸੁਖ ਪਾਵੈ। ਜੇ ਹਰ ਵਾਰ ਘਰ ਧਨ ਪਾਏ। ਪਰਮ ਸਨਮਾਨਯੋਗ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ, ਜਿੱਥੇ ਕਿ ਸੰਮਤ 552 ਦੀ ਆਰੰਭਤਾ ਨਾਨਕਸ਼ਾਹੀ ਇੱਕ ਚੇਤ ਜੋ ਸਾਡੇ ਸੂਰਜੀ ਕੈਲੰਡਰ ਦੇ ਮੁਤਾਬਕ ਸਾਡਾ ਕਲਚਰਲ, ਸਾਡਾ ਸੱਭਿਆਚਾਰਕ ਨਵਾਂ ਸਾਲ ਆਰੰਭ ਹੁੰਦਾ ਹੈ। ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਬੜੇ ਪ੍ਰੇਮ ਸਤਿਕਾਰ ਸਹਿਤ ਆਪ ਜੀ ਨੇ ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਸੋ ਆਓ ਸਤਿਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਗੁਰਮਤਿ ਵਿਚਾਰ ਦੇ ਰਾਹੀਂ ਸਾਂਝਿਆਂ ਕਰਨ ਤੋਂ ਪਹਿਲਾਂ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਆਪਾਂ ਸਾਰੇ ਹੀ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਖੇਪ ਵਿੱਚ ਇੱਕ ਦੋ ਖਿਆਲ ਆਪ ਜੀ ਦੇ ਨਾਲ ਮੁੱਢਲੇ ਰੂਪ ਵਿੱਚ ਸਾਂਝੇ ਕਰਕੇ ਮੈਂ ਸਤਿਗੁਰੂ ਦੀ ਮੁਬਾਰਕ ਬਾਣੀ ਦਾ ਜੋ ਇਸ ਮਹੀਨੇ ਦਾ ਸੰਕੇਤ ਵਰਤ ਕੇ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ, ਉਸ ਦੀ ਵਿਚਾਰ ਆਰੰਭ ਕਰਨ ਦਾ ਯਤਨ ਕਰਾਂਗਾ। ਕੋਈ ਵੀ ਪਰੰਪਰਾ, ਕੋਈ ਵੀ ਸੱਭਿਆਚਾਰ ਓਨਾ ਚਿਰ ਹੀ ਜਿਉਂਦਾ ਰਹਿੰਦਾ ਹੈ, ਓਨਾ ਚਿਰ ਹੀ ਵੱਧਦਾ ਫੁੱਲਦਾ ਅਤੇ ਕਾਇਮ ਰਹਿੰਦਾ ਹੈ, ਜਿੰਨਾ ਚਿਰ ਲੋਕ ਉਸ ਨੂੰ ਅਭਿਆਸ ਵਿੱਚ ਲਿਆਉਂਦੇ ਰਹਿੰਦੇ ਨੇ। ਆਮ ਹੀ ਸੁਭਾਵਿਕ ਚੀਜ਼ ਹੈ, ਘਰ ਵਿੱਚ ਜਿਹੜੀ ਚੀਜ਼ ਕੰਮ ਨਾ ਆਉਂਦੀ ਹੋਵੇ ਉਹ ਖੂੰਜੇ ਲਾ ਦਿੱਤੀ ਜਾਂਦੀ ਹੈ ਅਤੇ ਹੌਲੀ ਹੌਲੀ ਉਹ ਬਿਨਾਂ ਵਰਤਣ ਤੋਂ ਹੀ ਨਕਾਰਾ ਹੋ ਜਾਂਦੀ ਹੈ ਅਤੇ ਵਾਧੂ ਲੱਗਣ ਲੱਗ ਜਾਂਦੀ ਹੈ। ਜਦੋਂ ਬੰਦਾ ਆਪਣੀ ਬੋਲੀ ਭੁੱਲ ਜਾਏ, ਆਪਣਾ ਪਹਿਰਾਵਾ ਛੱਡ ਦੇਵੇ, ਆਪਣੇ ਸੱਭਿਆਚਾਰ ਨੂੰ ਜਿਉਂਦਿਆਂ ਰੱਖਣ ਵਾਲੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ, ਦਿਨ ਨੇ, ਤਿਉਹਾਰ ਨੇ, ਜਦੋਂ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦੇਵੇ, ਉਹਨਾਂ ਦਾ ਹੌਲੀ ਹੌਲੀ ਚੇਤਾ ਭੁਲਾਉਣਾ ਸ਼ੁਰੂ ਕਰ ਦੇਵੇ, ਅਤੇ ਉਹ ਅਭਿਆਸ ਦਾ ਹਿੱਸਾ ਨਹੀਂ ਰਹਿ ਜਾਂਦੀਆਂ।
ਅਤੇ ਹੌਲੀ ਹੌਲੀ ਉਹਨਾਂ ਤੋਂ ਇੰਨੀ ਕੁ ਦੂਰੀ ਬਣ ਜਾਂਦੀ ਹੈ ਵੀ ਫਿਰ ਦੁਬਾਰਾ ਉਹਨਾਂ ਨੂੰ ਛੱਡ ਕੇ ਅਪਣਾਉਣਾ ਬਹੁਤ ਔਖਾ ਹੋ ਜਾਂਦਾ ਹੈ। ਇਸੇ ਲਈ ਦੁਨੀਆ ਦੀ ਹਰ ਇੱਕ ਕੌਮ ਆਪਣੀ ਬੋਲੀ ਵਾਸਤੇ ਸੁਚੇਤ ਹੁੰਦੀ ਹੈ, ਆਪਣੇ ਰਵਾਇਤੀ ਪਹਿਰਾਵੇ ਨੂੰ ਜਿਉਂਦਿਆਂ ਰੱਖਦੀ ਹੈ, ਆਪਣੀਆਂ ਰਸਮਾਂ ਰੀਤਾਂ, ਆਪਣੀ ਪਰੰਪਰਾ ਨੂੰ ਔਰ ਆਪਣੀ ਟਰੈਡੀਸ਼ਨ ਨੂੰ ਜਿਉਂਦਿਆਂ ਰੱਖਣ ਵਾਸਤੇ ਖਾਸ ਉਚੇਚੇ ਪ੍ਰਬੰਧ ਕਰਦੀ ਹੈ। ਦੂਰ ਕੀ ਜਾਣਾ ਹੈ। ਤੁਸੀਂ ਵੇਖੋ, ਦੁਨੀਆ ਦੀਆਂ ਜਿੰਨੀਆਂ ਵੀ ਸਟੇਟਾਂ ਨੇ, ਮੁਲਕ ਨੇ, ਸਰਕਾਰਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਕਲਚਰਲ ਵਿਭਾਗ, ਸੱਭਿਆਚਾਰਕ ਵਿਭਾਗ ਬਣਾਏ ਹੁੰਦੇ ਨੇ ਤਾਂ ਕਿ ਬੋਲੀਆਂ, ਪਹਿਰਾਵੇ, ਪਰੰਪਰਾਵਾਂ, ਰਸਮਾਂ ਰੀਤਾਂ ਲੋਕਾਂ ਦੀਆਂ ਜਿਉਂਦੀਆਂ ਰੱਖੀਆਂ ਜਾ ਸਕਣ। ਪਰ ਇਹ ਵੀ ਇੱਕ ਪਰਮ ਸੱਤ ਹੈ ਸੰਸਾਰ ਦਾ ਕਿ ਵੱਡੇ ਜਿਹੜੇ ਪ੍ਰਫੁੱਲਤ ਸੱਭਿਆਚਾਰ ਹੁੰਦੇ ਨੇ, ਜਿਨ੍ਹਾਂ ਦੇ ਕੋਲ ਸਰਕਾਰੀ ਪਾਵਰ ਹੁੰਦੀ ਹੈ, ਜਿਨ੍ਹਾਂ ਦੀ ਮੈਨ ਪਾਵਰ ਵੱਧ ਹੁੰਦੀ ਹੈ, ਜਿਨ੍ਹਾਂ ਦਾ ਆਕਾਰ ਵੱਡਾ ਹੁੰਦਾ ਹੈ ਅਤੇ ਐਸਟੈਬਲਿਸ਼ ਹੁੰਦੇ ਨੇ, ਸਥਾਪਿਤ ਹੁੰਦੇ ਨੇ, ਉਹ ਹੌਲੀ ਹੌਲੀ ਛੋਟੇ ਸੱਭਿਆਚਾਰਾਂ ਨੂੰ ਖਾ ਜਾਂਦੇ ਨੇ, ਨਿਗਲ ਜਾਂਦੇ ਹਨ। ਇੱਕ ਤਾਂ ਉਹਨਾਂ ਦੀ ਸੋਚ ਹੁੰਦੀ ਹੈ ਵੀ ਅਸੀਂ ਵਧੀਏ ਫੁੱਲੀਏ ਅਤੇ ਦੂਜਿਆਂ ਨੂੰ ਆਪਣੇ ਕਲਾਵੇ 'ਚ ਲੈ ਕੇ ਜਜ਼ਬ ਕਰ ਲਈਏ। ਅਤੇ ਦੂਜਾ ਇੱਕ ਇਫੈਕਟ ਜਿਹੜਾ ਹੈ, ਉਹ ਜਿਹੜੇ ਛੋਟੇ ਸੱਭਿਆਚਾਰ ਹੁੰਦੇ ਨੇ, ਜਿਨ੍ਹਾਂ ਦੀ ਗਿਣਤੀ ਘੱਟ ਹੁੰਦੀ ਹੈ, ਉਹਨਾਂ ਦੇ ਦਿਮਾਗ ਵਿੱਚ ਵਿਚਾਰ ਘਰ ਜਾਂਦਾ ਹੈ ਵੀ ਅਸੀਂ ਛੋਟੇ ਹਾਂ, ਮਾਮੂਲੀ ਹਾਂ ਅਤੇ ਪਛੜੇ ਹੋਏ ਹਾਂ। ਖਿਆਲ ਵਿੱਚ ਰੱਖਣਾ, ਜਦੋਂ ਕਿਸੇ ਦੇ ਅੰਦਰ ਇਹ ਖਿਆਲ ਘਰ ਜਾਏ ਨਾ ਵੀ ਅਸੀਂ ਪਛੜੇ ਹੋਏ ਹਾਂ, ਉਹਦਾ ਜਿਉਂਦਾ ਰਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਉਹ ਫਿਰ ਆਪਣੀ ਬੋਲੀ ਨੂੰ, ਆਪਣੇ ਪਹਿਰਾਵੇ ਨੂੰ ਅਤੇ ਆਪਣੇ ਦਿਨਾਂ, ਤਿਉਹਾਰਾਂ, ਰਸਮਾਂ ਰੀਤਾਂ ਨੂੰ ਆਪ ਹੀ ਨਫ਼ਰਤ ਕਰਨ ਲੱਗ ਜਾਂਦਾ ਹੈ। ਇਸ ਨੂੰ ਉਰਦੂ ਵਾਲੇ ਇੱਕ ਸ਼ਬਦ ਨਾਲ ਡਿਫਾਈਨ ਕਰਦੇ ਨੇ, ਅਹਿਸਾਸੇ ਕਮਤਰੀ। ਆਪਾਂ ਇਹਨੂੰ ਢਹਿੰਦੀ ਕਲਾ ਦਾ ਢਾਹੂ ਵਿਚਾਰ ਕਹਿ ਸਕਦੇ ਹਾਂ। ਵੀ ਇੱਕ ਤਾਂ ਹੁੰਦਾ ਕਿਸੇ ਨੂੰ ਕਹਿਣਾ ਵੀ ਤੂੰ ਆਪਣੀ ਬੋਲੀ ਛੱਡ ਦੇ, ਇੱਕ ਹੁੰਦਾ ਸਾਡੇ ਅੰਦਰ ਹੀ ਇਹ ਖਿਆਲ ਪੈਦਾ ਹੋ ਜਾਏ ਵੀ ਸਾਡੀ ਬੋਲੀ ਪਛੜੀ ਹੋਈ ਹੈ, ਅਤੇ ਜੇ ਮੈਂ ਆਪਣੀ ਬੋਲੀ 'ਚ ਗੱਲ ਕੀਤੀ ਅਤੇ ਦੂਸਰਾ ਮੇਰਾ ਮਜ਼ਾਕ ਨਾ ਉਡਾਵੇ, ਮਖੌਲ ਨਾ ਕਰੇ, ਮੈਂ ਆਪਣਾ ਪਹਿਰਾਵਾ ਪਾਇਆ ਅਤੇ ਲੋਕ ਮੈਨੂੰ ਪਿਛਾਂਹ ਖਿੱਚੂ ਨਾ ਸਮਝਣ, ਉਹ ਫਿਰ ਬੰਦਾ ਆਪਣੇ ਆਪ ਹੀ ਉਹਨੂੰ ਛੱਡਣ ਵਾਲੇ ਰਾਹ 'ਤੇ ਤੁਰ ਪੈਂਦਾ। ਇਹ ਇੱਕ ਐਸੀ ਮਾਰੂ ਵਿਚਾਰਧਾਰਾ, ਇੱਕ ਐਸਾ ਮਾਰੂ ਖਿਆਲ ਹੈ ਜਿਹੜਾ ਕੌਮਾਂ ਨੂੰ ਘੁਣ ਵਾਂਗ ਅੰਦਰੋਂ ਖਾ ਜਾਂਦਾ। ਜਿਨ੍ਹਾਂ ਨੇ ਲੱਕੜ ਨੂੰ ਘੁਣ ਲੱਗਾ ਵੇਖਿਆ, ਉਹ ਜਾਣਦੇ ਨੇ ਵੀ ਲੱਕੜ ਬਾਹਰੋਂ ਸਾਫ ਸੁਥਰੀ ਅਤੇ ਮਜ਼ਬੂਤ ਹੀ ਦਿਸਦੀ ਹੁੰਦੀ ਹੈ, ਪਰ ਘੁਣ ਜਿਹੜਾ ਹੈ, ਕੀੜਾ ਹੈ, ਉਹ ਜਿਹੜਾ ਅੰਦਰੋਂ ਅੰਦਰ ਉਹਨੂੰ ਖਾ ਕੇ ਉਹਦਾ ਪਾਊਡਰ ਬਣਾ ਦਿੰਦਾ, ਮਿੱਟੀ ਕਰ ਦਿੰਦਾ। ਅਤੇ ਜਦੋਂ ਬੰਦਾ ਉਹਨੂੰ ਜ਼ੋਰ ਨਾਲ ਲੱਕੜ ਨੂੰ ਚੁੱਕਦਾ, ਬਾਹਰੋਂ ਸਹੀ ਦਿਸਣ ਵਾਲੀ ਲੱਕੜ ਅੰਦਰੋਂ ਖੋਖਲੀ ਹੁੰਦੀ। ਜਿਹੜੀ ਢਹਿੰਦੀ ਕਲਾ ਹੈ, ਉਹ ਜੇ ਮਨੁੱਖ ਦੇ ਜੀਵਨ 'ਚ ਆ ਜਾਏ ਤਾਂ ਉਹਦੀ ਸੁਰਤ ਨੂੰ ਖੋਖਲਾ ਕਰ ਦਿੰਦੀ ਹੈ, ਜੇ ਕੌਮਾਂ ਦੇ ਸੁਭਾਅ 'ਚ ਆ ਜਾਏ ਤਾਂ ਉਹਨਾਂ ਨੂੰ ਅੰਦਰੋਂ ਖੋਖਲਿਆਂ ਕਰ ਦਿੰਦੀ ਹੈ। ਹੌਲੀ ਹੌਲੀ ਉਹ ਆਪਣੇ ਆਪ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਇਹ ਵੀ ਇੱਕ ਕੁਦਰਤ ਦਾ ਨਿਯਮ ਹੈ। ਸਾਨੂੰ ਆਪਣੇ ਸਤਿਗੁਰੂ ਮਹਾਰਾਜ ਤੋਂ ਸਦਕੇ ਜਾਣਾ ਚਾਹੀਦਾ। ਸਤਿਗੁਰੂ ਮਹਾਰਾਜ ਨੇ ਜਿੱਥੇ ਸਾਨੂੰ ਕੁੱਲ ਮਨੁੱਖਤਾ ਨਾਲ ਪਿਆਰ ਕਰਨਾ ਸਿਖਾਇਆ, ਹਰ ਇੱਕ ਦੀ ਇੱਜ਼ਤ ਕਰਨੀ ਸਿਖਾਈ ਹੈ, ਭਾਵੇਂ ਉਹ ਕੋਈ ਬੋਲੀ ਹੈ, ਕੋਈ ਪਹਿਰਾਵਾ ਹੈ, ਕਿਸੇ ਵੀ ਵਿਚਾਰਧਾਰਾ ਨੂੰ ਮੰਨਣ ਵਾਲਾ ਮਨੁੱਖ ਹੈ, ਉੱਥੇ ਸਤਿਗੁਰੂ ਨੇ ਸਾਨੂੰ ਆਪਣੇ ਅਸੂਲ ਵਿੱਚ, ਆਪਣੇ ਅਕੀਦੇ ਵਿੱਚ, ਆਪਣੇ ਵਿਸ਼ਵਾਸ ਵਿੱਚ ਵੀ ਪਰਪੱਕ ਹੋਣ ਵਾਸਤੇ ਪ੍ਰੇਰਨਾ ਕੀਤੀ ਹੈ। ਹਜ਼ੂਰ ਨੇ ਇਹ ਵੀ ਕਿਹਾ ਵੀ ਜਿਹੜੇ ਲੋਕ ਆਪਣੀ ਬੋਲੀ ਦੀ, ਆਪਣੇ ਪਹਿਰਾਵੇ ਦੀ, ਆਪਣੀ ਪਰੰਪਰਾ ਦੀ, ਆਪਣੀਆਂ ਰਸਮਾਂ ਰੀਤਾਂ ਦੀ, ਆਪਣੇ ਸੱਭਿਆਚਾਰ ਦੀ ਇੱਜ਼ਤ ਨਹੀਂ ਕਰਦੇ, ਉਹ ਦੁਨੀਆ ਦੀ ਕਿਸੇ ਵੀ ਬੋਲੀ ਦੀ ਇੱਜ਼ਤ ਨਹੀਂ ਕਰ ਸਕਦੇ। ਉਹ ਦੁਨੀਆ ਦੇ ਦੂਸਰੇ ਸੱਭਿਆਚਾਰਾਂ ਦੀ ਪ੍ਰੈਕਟਿਸ ਕਰਦਿਆਂ ਹੋਇਆਂ ਵੀ ਬੇਈਮਾਨੀ ਹੀ ਕਰਨਗੇ, ਕਿਉਂਕਿ ਉਹਨਾਂ ਨੇ ਆਪਣੇ ਆਪ ਦੀ ਇੱਜ਼ਤ ਨਹੀਂ ਕੀਤੀ, ਉਹ ਕਿਸੇ ਦੀ ਕੀ ਕਰਨਗੇ। ਤੋ ਇਮਾਨਦਾਰੀ ਦਾ ਜਿਹੜਾ ਸਬਕ ਹੈ, ਉਹ ਮਨੁੱਖ ਨੂੰ ਆਪਣੇ ਆਪ ਤੋਂ ਸਭ ਤੋਂ ਪਹਿਲਾਂ ਗ੍ਰਹਿਣ ਕਰਕੇ ਆਪਣੇ ਆਪ 'ਤੇ ਲਾਗੂ ਕਰਨਾ ਪੈਂਦਾ ਹੈ। ਖੈਰ, ਗਰੀਬ ਨਵਾਜ਼ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਦਾ ਆਪਾਂ ਉਪਦੇਸ਼ ਸਾਂਝਾ ਕਰਨ ਤੋਂ ਪਹਿਲਾਂ ਇਸ ਨੁਕਤੇ ਨੂੰ ਸਮਝ ਲਈਏ। ਭਲੇ ਹੀ ਅਸੀਂ ਈਸਵੀ ਸਾਲ ਦਾ ਜਿਸ ਦਿਨ ਨਵਾਂ ਸਾਲ ਚੜ੍ਹਦਾ ਤਾਂ ਉਸ ਦਿਨ ਆਪਾਂ ਦੁਨੀਆ ਦੀ ਬਹੁ ਗਿਣਤੀ ਦੇ ਪ੍ਰਭਾਵ ਅਤੇ ਉਹਨਾਂ ਦੀ ਖੁਸ਼ੀ ਵਿੱਚ ਸ਼ਰੀਕ ਹੁੰਦੇ ਹਾਂ, ਬੜਾ ਵੱਧ ਚੜ੍ਹ ਕੇ ਉਸ ਦਿਨ ਨੂੰ ਮਨਾਉਂਦੇ ਹਾਂ।
ਗੁਰਦੁਆਰਿਆਂ ਵਿੱਚ ਇਕੱਤਰ ਹੁੰਦੇ ਹਾਂ, ਹੋਰ ਪ੍ਰੋਗਰਾਮ ਸਮਾਗਮ ਜਿਹੜੇ ਨੇ ਉਹਨਾਂ ਨੂੰ ਅਟੈਂਡ ਕਰਦੇ ਹਾਂ, ਚੰਗੀ ਗੱਲ ਹੈ। ਪਰ ਇੱਥੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਵੀ ਜਿੱਥੇ ਸਾਡੇ ਕੌਮੀ ਦਿਹਾੜੇ ਹੋਣ, ਸਾਡੇ ਕਲਚਰ ਨੂੰ ਪ੍ਰਫੁੱਲਤ ਕਰਨ ਵਾਸਤੇ, ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਦਿਨ ਹੋਣ, ਸਾਨੂੰ ਉਹਨਾਂ ਵਿੱਚ ਵੀ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਜਿਹੜਾ ਹੈ ਅਤੇ ਉਤਸ਼ਾਹ ਦਾ ਪ੍ਰਗਟਾਵਾ ਜ਼ਰੂਰ ਕਰਨਾ ਚਾਹੀਦਾ। ਸੋ ਆਪ ਵਡਭਾਗੀ ਹੋ ਜਿਹੜੇ ਸਤਿਗੁਰੂ ਮਹਾਰਾਜ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਕੈਲੰਡਰ ਦੀ ਆਰੰਭਤਾ ਦੇ ਦਿਨ ਨੂੰ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਅਤੇ ਉਪਦੇਸ਼ ਨਾਲ ਜੁੜ ਕੇ ਸੰਗਤੀ ਰੂਪ ਵਿੱਚ ਅੱਜ ਦੇ ਇਸ ਗੁਰਮਤਿ ਸਮਾਗਮ ਦਾ ਹਿੱਸਾ ਬਣ ਕੇ ਇਸ ਵਿਚਾਰ ਨੂੰ ਜਿਉਂਦਿਆਂ ਰੱਖਣ ਦਾ ਯਤਨ ਕਰ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 12 ਮਾਹ ਦਰਜ ਨੇ। ਪਹਿਲਾ 12 ਮਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ, ਰਾਗ ਤੁਖਾਰੀ ਦੇ ਵਿੱਚ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਅੰਕ ਨੰਬਰ 1107 ਹੈ। ਇਸ ਦੇ ਕੁੱਲ 17 ਬੰਦ ਹਨ। 12 ਮਾਹ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ, ਅਤੇ ਦੂਸਰਾ 12 ਮਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਰਾਗ ਮਾਝ ਦੇ ਵਿੱਚ, ਅਤੇ ਇਸ ਦੇ ਕੁੱਲ 14 ਪਦੇ ਹਨ। 12 ਮਾਹ, 12 ਤੋਂ ਭਾਵ ਹੈ ਗਿਣਤੀ ਦੇ 12, ਅਤੇ ਮਾਹ ਦਾ ਅਰਥ ਹੁੰਦਾ ਹੈ ਮਹੀਨਾ। ਜਿਵੇਂ ਮੈਂ ਇੱਕ ਪੰਕਤੀ ਪੜ੍ਹੀ ਸੀ, ਮਾਹ ਦਿਵਸ ਮਹੂਰਤ ਭਲੇ ਜਿਸ ਕਉ ਨਦਰ ਕਰੇ। ਇਹ 12 ਮਾਹ ਗੁਰੂ ਅਰਜਨ ਸਾਹਿਬ ਦਾ ਜਿਹੜਾ ਉਚਾਰਨ ਕੀਤਾ ਹੋਇਆ ਉਹਦੀਆਂ ਅਖੀਰਲੀਆਂ ਪੰਕਤੀਆਂ ਨੇ, ਸਮਾਪਤੀ ਵਾਲੀਆਂ 14ਵੇਂ ਪਦੇ ਦੀਆਂ। ਸਤਿਗੁਰੂ ਆਖਦੇ ਮਾਹ, ਮਾਹ ਦਾ ਅਰਥ ਹੈ ਮਹੀਨਾ, ਦਿਵਸ ਦਾ ਮਤਲਬ ਹੈ ਦਿਨ, ਮਹੂਰਤ ਦਾ ਮਤਲਬ ਹੈ ਸਮਾਂ। ਉਹਦਾ ਹਰ ਮਹੀਨਾ, ਹਰ ਦਿਨ ਅਤੇ ਹਰ ਸਮਾਂ ਮਾਹ ਦਿਵਸ ਮਹੂਰਤ ਭਲੇ ਚੰਗਾ ਹੈ। ਕਿਹਨਾਂ ਦਾ ਚੰਗਾ ਹੈ? ਸਤਿਗੁਰੂ ਆਖਦੇ ਜਿਸ ਕਉ ਨਦਰ ਕਰੇ, ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ। ਸਤਿਗੁਰੂ ਨੇ ਸਾਰੀ ਬਾਣੀ 'ਚ ਬਖਸ਼ਿਸ਼ ਕਿਵੇਂ ਪ੍ਰਾਪਤ ਕੀਤੀ ਜਾਏ ਇਹਦੀ ਵਿਆਖਿਆ ਕੀਤੀ ਹੈ। ਬਾਣੀ ਦੀ ਆਰੰਭਤਾ ਕਿੱਥੋਂ ਹੋਈ? ਗੁਰੂ ਅਰਜਨ ਸਾਹਿਬ ਦਾ ਜਿਹੜਾ 12 ਮਾਹ ਹੈ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ, ਇਸ ਬੇਨਤੀ ਤੋਂ ਸ਼ੁਰੂ ਹੋਈ। ਫਿਰ ਸਤਿਗੁਰੂ ਮਹਾਰਾਜ ਪੜਾਅਵਾਰ ਹਰ ਮਹੀਨੇ ਦਾ ਇੱਕ ਪ੍ਰਤੀਕ ਵਰਤ ਕੇ ਚੇਤ, ਵਿਸਾਖ, ਜੇਠ, ਅਸਾੜ, ਭਾਦੋਏ, ਇਹ ਸਾਰੇ ਮਹੀਨੇ, ਸਾਵਣ, ਭਾਦੋਏ, ਇਹ ਸਾਰੇ ਮਹੀਨਿਆਂ ਦਾ ਸੰਕੇਤ ਵਰਤ ਕੇ 12 ਮਹੀਨਿਆਂ ਦਾ ਸਤਿਗੁਰੂ ਉਪਦੇਸ਼ ਦਿੰਦੇ ਰਹੇ। ਫਿਰ ਅਖੀਰ 'ਤੇ ਸਤਿਗੁਰੂ ਨੇ ਕਿਹਾ ਭਾਈ ਮਹੀਨੇ, ਦਿਨ ਅਤੇ ਹਰ ਸਮਾਂ ਉਹਦੇ ਲਈ ਭਲਾ ਅਤੇ ਚੰਗਾ ਹੈ ਜਿਸ ਕਉ ਨਦਰ ਕਰੇ। ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ। ਹੇ ਮੇਰੇ ਮਾਲਕ ਵਾਹਿਗੁਰੂ ਹਰੀ ਜੀ, ਪਰਮੇਸ਼ਰ ਜੀ, ਮੈਂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗਦਾ, ਤੁਹਾਡਾ ਅਨੁਭਵ ਮੰਗਦਾ, ਤੁਹਾਡੀ ਨੇੜਤਾ ਮੰਗਦਾ, ਤੁਹਾਡੀ ਸਾਂਝ ਮੰਗਦਾ। ਮੇਰੇ 'ਤੇ ਬਖਸ਼ਿਸ਼ ਕਰੋ, ਕਿਰਪਾ ਕਰੋ, ਮੇਰੀ ਇਹ ਮੁਰਾਦ ਜਿਹੜੀ ਹੈ ਇਹ ਪੂਰੀ ਕਰੋ। ਹੁਣ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਜਿਸ ਵੇਲੇ ਪੜ੍ਹੀਏ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ 12 ਮਾਹ ਆਰੰਭ ਕੀਤਾ, ਕਮਾਲ ਦੀ ਗੱਲ ਇਹ ਹੈ ਵੀ ਸਤਿਗੁਰੂ ਦੇ ਸ਼ਬਦ ਵੀ ਰਲਦੇ ਨੇ। ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨੂੰ ਆਪਣੇ ਸ਼ਬਦਾਂ 'ਚ ਐਕਸਪਲੇਨ ਕੀਤਾ ਧੰਨ ਗੁਰੂ ਅਰਜਨ ਸਾਹਿਬ ਨੇ। ਗੁਰੂ ਨਾਨਕ ਸਾਹਿਬ ਨੇ ਕਿੱਥੋਂ ਆਰੰਭ ਕੀਤਾ ਬਚਨ? ਤੂੰ ਸੁਣ ਕਿਰਤ ਕਰਮਾਂ ਪੁਰਬ ਕਮਾਇਆ। ਕਰਮ ਦੀ ਗੱਲ ਕੀਤੀ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਆਖਿਆ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ। ਹੁਣ ਵੇਖੋ ਕਿੰਨੀ ਅੰਦਰੂਨੀ ਸਾਂਝ ਹੈ ਬਾਣੀ ਦੇ ਪੱਖ ਦੀ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ 12 ਮਾਹ, ਜਿਸ ਨੂੰ ਆਪਾਂ ਬਹੁਤ ਘੱਟ ਆਮ ਤੌਰ 'ਤੇ ਜਿਸ ਵੇਲੇ ਸੰਗਰਾਂਦ ਦਾ ਦਿਨ ਹੁੰਦਾ, ਸੰਗਰਾਂਦ ਦਾ ਮਤਲਬ ਵੈਸੇ ਹੈ ਵੀ ਜਿਸ ਦਿਨ ਸੂਰਜ ਨਵੀਂ ਰਾਸ ਵਿੱਚ ਆਉਂਦਾ ਅਤੇ ਰੁੱਤ ਦੀ ਤਬਦੀਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਦੇਸੀ ਮਹੀਨੇ ਦਾ ਪਹਿਲਾ ਦਿਨ ਹੁੰਦਾ, ਉਸ ਨੂੰ ਆਪਾਂ ਸੰਗਰਾਂਦ ਦਾ ਦਿਨ ਕਹਿੰਦੇ ਹਾਂ। ਸਾਲ ਵਿੱਚ ਸੂਰਜ 12 ਰਾਸਾਂ ਤਬਦੀਲ ਕਰਦਾ ਅਤੇ 12 ਮਹੀਨਿਆਂ ਦੇ ਵਿੱਚ ਸਾਲ ਨੂੰ ਵੰਡ ਦਿੱਤਾ ਜਾਂਦਾ। ਹੁਣ ਸੰਗਰਾਂਦ ਵਾਲਾ ਦਿਨ ਜਿਹੜਾ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਇਸ ਦਿਨ ਸੂਰਜ ਨੇ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਆਪਣੀ ਤਬਦੀਲੀ ਕਰਕੇ ਨਵਾਂ ਚੱਕਰ ਸ਼ੁਰੂ ਕਰ ਲਿਆ। ਮੌਸਮ ਬਦਲੇਗੀ,
ਬਦਲੇਗਾ, ਰੁੱਤ ਬਦਲੇਗੀ। ਇਸ ਦਿਨ ਨੂੰ ਸੰਗਰਾਂਦ ਵਾਲਾ ਦਿਨ ਕਿਹਾ ਜਾਂਦਾ ਹੈ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 12 ਮਹੀਨਿਆਂ ਦਾ ਹੀ ਪ੍ਰਤੀਕ ਵਰਤਿਆ ਗੁਰੂ ਨਾਨਕ ਸਾਹਿਬ ਨੇ, 12 ਮਹੀਨਿਆਂ ਦਾ ਹੀ ਸਤਿਗੁਰੂ ਨੇ ਜ਼ਿਕਰ ਕੀਤਾ ਗੁਰੂ ਅਰਜਨ ਸਾਹਿਬ ਨੇ। ਅਤੇ ਸਵਾਦਲੀ ਖੇਡ ਇਹ ਹੈ ਵੀ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਿਹੜਾ 12 ਮਾਹ ਉਚਾਰਨ ਕੀਤਾ, ਉਹਦੇ 'ਚ ਸਤਿਗੁਰੂ ਨੇ ਰੁੱਤਾਂ ਦਾ ਖਾਸ ਜ਼ਿਕਰ ਕੀਤਾ। ਹਰ ਮਹੀਨੇ ਵਿੱਚ ਜਿਹੋ ਜਿਹੀ ਰੁੱਤ ਹੈ ਅਤੇ ਜਿਹੋ ਜਿਹਾ ਬਾਹਰੀ ਤਬਦੀਲੀ ਜਿਹੜੀ ਹੈ ਵਾਪਰ ਰਹੀ, ਉਹਦਾ ਵੀ ਸਤਿਗੁਰੂ ਨਾਲ ਨਾਲ ਜ਼ਿਕਰ ਕਰਦੇ ਜਾ ਰਹੇ ਨੇ। ਮੈਂ ਆਪ ਜੀ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੇ 12 ਮਾਹ ਦੇ ਵਿੱਚੋਂ ਚੇਤ ਮਹੀਨੇ ਦਾ ਸੰਕੇਤਕ ਜੋ ਸ਼ਬਦ ਆ ਉਹ ਤੁਹਾਡੇ ਸਾਹਮਣੇ ਪਾਠ ਰੂਪ ਵਿੱਚ ਪੜ੍ਹਿਆ। ਜ਼ਿਆਦਾਤਰ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ 12 ਮਾਹ ਦੀ ਚਰਚਾ ਹੀ ਕਰਦੇ ਹਾਂ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਵਿ ਰੂਪ ਵਿੱਚ ਹੈ, ਅਤੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਦਾ ਇਤਿਹਾਸ ਪੜ੍ਹਿਆ, ਪੰਜਾਬ ਦੇ ਕਾਵਿ ਦਾ ਇਤਿਹਾਸ ਸਮਝਿਆ, ਉਹਨਾਂ ਨੂੰ ਸੰਖੇਪ ਵਿੱਚ ਇੰਨਾ ਕਹਿਣਾ ਲਾਹੇਵੰਦਾ ਹੋਏਗਾ ਔਰ ਪਤਾ ਵੀ ਹੋਏਗਾ ਵੀ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨੇ। ਜਿਵੇਂ ਤੁਸੀਂ ਬਾਣੀ ਨੂੰ ਪੜ੍ਹਦੇ ਹੋ ਨਾ, ਬਾਣੀ 'ਚ ਪੌੜੀ ਹੈ, ਸਲੋਕ ਹੈ, ਛੰਤ ਹੈ, ਮੰਗਲ ਹੈ, ਇਹ ਸਾਰੀਆਂ ਸਵਈਆ ਹੈ, ਸੋਰਠਾ ਹੈ, ਦੋਹਰਾ ਹੈ, ਇਹ ਸਾਰੀਆਂ ਕਾਵਿ ਨੂੰ ਲਿਖਣ ਦੀਆਂ ਵੰਨਗੀਆਂ ਨੇ, ਮਾਤਰਕ ਛੰਦ ਨੇ। ਅਤੇ ਛੰਦਾਂ ਨੂੰ ਵੀ ਅੱਗੇ ਕਿਸੇ ਚੀਜ਼ ਵਿੱਚ ਬੰਨ੍ਹਿਆ ਜਾਂਦਾ ਹੈ। ਜਿਵੇਂ ਪੌੜੀਆਂ ਹੋਣਗੀਆਂ ਅਤੇ ਉਹ ਵਾਰ ਦੇ ਅਧੀਨ ਹੋਣਗੀਆਂ, ਸਲੋਕ ਨੇ, ਛੰਤ ਨੇ, ਮੰਗਲ ਨੇ, ਸਵਈਏ ਨੇ। ਇਸੇ ਤਰ੍ਹਾਂ ਜਿਹੜੀ ਪੰਜਾਬ ਦੀ ਕਾਵਿ ਪਰੰਪਰਾ ਹੈ ਉਹਦੇ ਵਿੱਚ ਵੰਨਗੀਆਂ ਲਿਖੀਆਂ ਜਾਂਦੀਆਂ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ, ਉਹਦੇ ਵਿੱਚ 7 ਵਾਰੇ ਨੇ। ਵਾਰ 7 ਵਾਰ ਕਬੀਰ ਜੀ ਦੇ ਆਉਂਦੇ ਨੇ। ਉਹਦੇ ਵਿੱਚ ਬਾਣੀ ਦੇ ਅੰਦਰ ਥਿੱਤੀਆਂ ਆਉਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ 52 ਅੱਖਰੀਆਂ ਵੀ ਨੇ। ਗੁਰੂ ਅਰਜਨ ਸਾਹਿਬ ਦੀ 52 ਅੱਖਰੀ ਹੈ, ਬਾਬਾ ਕਬੀਰ ਸਾਹਿਬ ਦੀ 52 ਅੱਖਰੀ ਹੈ। ਇਹ ਵੰਨਗੀਆਂ ਨੇ ਲਿਖਣ ਦੀਆਂ। 7 ਦਿਨਾਂ ਦਾ, ਹਫਤੇ ਦੇ 7 ਦਿਨ ਹੁੰਦੇ ਨੇ, 7 ਦਿਨਾਂ ਦਾ ਨਾਮ ਵਰਤ ਕੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ। 15 ਥਿੱਤਾਂ ਹੁੰਦੀਆਂ ਨੇ ਚੰਦਰਮਾ ਦੇ ਹਿਸਾਬ ਨਾਲ। ਸਤਿਗੁਰੂ ਨੇ ਥਿੱਤੀ ਬਾਣੀ ਰਚਨਾ ਕੀਤੀ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ 'ਚ 52 ਅੱਖਰੀ, ਸੰਸਕ੍ਰਿਤ ਦੇ 52 ਅੱਖਰ ਹੁੰਦੇ ਨੇ, ਉਹ 52 ਅੱਖਰੀਆਂ ਲਿਖਦੇ ਨੇ। ਅਤੇ ਉਰਦੂ ਵਾਲੇ ਸ਼ੀਹ ਰਫੀਆਂ ਲਿਖਦੇ ਸਨ। ਆਪਾਂ ਪੰਜਾਬੀ ਦੀਆਂ ਸ਼ੀਹ ਰਫੀਆਂ ਵੀ ਪੜ੍ਹੀਆਂ ਨੇ, ਪੰਜਾਬੀ ਕਵੀਆਂ ਦੀਆਂ ਲਿਖੀਆਂ ਹੋਈਆਂ। ਪੰਜਾਬੀ ਕਵੀ ਜੰਗਨਾਮੇ ਲਿਖਦੇ ਸਨ। ਜੰਗਨਾਮੇ ਦਾ ਅਰਥ ਹੁੰਦਾ ਹੈ ਜਿਸ ਵਿੱਚ ਜੰਗ ਦਾ ਹਾਲ ਬਿਆਨ ਕੀਤਾ ਹੋਵੇ, ਵੀ 2 ਧਿਰਾਂ 'ਚ ਜੰਗ ਹੋ ਰਹੀ ਹੈ, ਇੱਕ ਧਿਰ ਨਾਇਕ ਹੈ, ਇੱਕ ਧਿਰ ਖਲਨਾਇਕ ਹੈ, ਅਤੇ ਜੰਗ ਦਾ ਦ੍ਰਿਸ਼ ਬੰਨ੍ਹ ਕੇ ਕੌਣ ਜਿੱਤਿਆ, ਕੌਣ ਹਾਰਿਆ, ਕਿੰਨੀ ਬਹਾਦਰੀ ਨਾਲ ਲੜਿਆ, ਕਿਸ ਪੱਖ ਤੋਂ ਲੜਿਆ, ਉਹ ਜੰਗ ਦਾ ਹਾਲ ਸੰਖੇਪ ਜਾਂ ਵਿਸਥਾਰ ਨਾਲ ਜਿਹੜੀ ਰਚਨਾ 'ਚ ਦਿੱਤਾ ਗਿਆ ਹੋਵੇ, ਪੌੜੀਆਂ 'ਚ ਉਹਨੂੰ ਜੰਗਨਾਮਾ ਕਿਹਾ ਜਾਂਦਾ ਹੈ। ਇਸੇ ਕਰਕੇ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 22 ਵਾਰਾਂ ਨੇ। ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਉੱਤੇ ਧੁਨੀਆਂ ਦਰਜ ਨੇ। ਜਿਵੇਂ ਆਸਾ ਦੀ ਵਾਰ ਆਪਾਂ ਪੜ੍ਹਦੇ ਅਤੇ ਉਹਦੇ ਉੱਤੇ ਧੁਨੀ ਦਰਜ ਹੈ, ਟੁੰਡੇ ਅਸ ਰਾਜੇ ਕੀ ਧੁਨੀ। ਇਸੇ ਤਰ੍ਹਾਂ ਬਾਣੀ ਦੇ ਵਿੱਚ ਰਾਏ ਕਮਾਲ ਦੀ ਮੋਜਦੀ ਕੀ ਧੁਨ ਉੱਪਰ ਗਾਵਣੀ, ਮੂਸੇ ਕੀ ਵਾਰ ਕੀ ਧੁਨ, ਇਹ ਪੁਰਾਣੀਆਂ ਢਾਡੀਆਂ ਦੀਆਂ ਧੁਨਾਂ ਨੇ, ਜਿਨ੍ਹਾਂ ਦੀ ਧੁਨ ਉੱਤੇ ਗੁਰੂ ਸਾਹਿਬ ਮਹਾਰਾਜ ਨੇ ਉੱਤੇ ਜ਼ਿਕਰ ਕੀਤਾ, ਵੀ ਜਿਵੇਂ ਰਾਗ ਦਾ ਜ਼ਿਕਰ ਕੀਤਾ ਵੀ ਇਸ ਰਾਗ 'ਚ ਗਾਉਣਾ ਹੈ, ਧੁਨ ਦਾ ਜ਼ਿਕਰ ਕੀਤਾ ਵੀ ਇਸ ਧੁਨ 'ਚ ਗਾਉਣਾ ਹੈ। ਹੁਣ ਇਸ ਨੂੰ ਅਸੀਂ ਆਪਣੀ ਅਣਗਹਿਲੀ ਕਹਿ ਸਕਦੇ ਹਾਂ ਵੀ ਅੱਜ ਇਹ ਧੁਨੀਆਂ ਮੂਲ ਰੂਪ ਵਿੱਚ ਨਾ ਗਾਈਆਂ ਜਾਂਦੀਆਂ ਨੇ ਅਤੇ ਨਾ ਬਹੁਤਾਤ ਵਿੱਚ ਸਾਨੂੰ ਪਤਾ ਹੀ ਹੈ ਵੀ ਉਹ ਧੁਨ ਕੀ ਹੈ। ਟੁੰਡੇ ਅਸ ਰਾਜੇ ਦੀ ਧੁਨ ਕਿਹੜੀ ਹੈ, ਉਹ ਗਵਾਚ ਗਈ। ਰਾਏ ਕਮਾਲ ਦੀ ਮੋਜਦੀ ਕੀ ਧੁਨ ਕੀ ਹੈ, ਅਤੇ ਉਹ ਧੁਨ ਆਪਾਂ ਕਿੱਥੇ ਸੁਣੀ ਹੈ ਅੱਜ ਤੱਕ। ਇਹਨੂੰ ਅਸੀਂ ਕਹਿੰਦੇ ਪੁਰਾਣੀ ਚੀਜ਼ ਦਾ ਅਸੀਂ ਹੌਲੀ ਹੌਲੀ ਪੱਲਾ ਛੱਡਦੇ ਗਏ, ਅਤੇ ਉਹ ਧੁਨਾਂ ਤਾਂ ਅੱਜ ਅਸੀਂ ਪੜ੍ਹਦੇ ਜ਼ਰੂਰ ਹਾਂ ਪਰ ਸੁਣਦੇ ਬਹੁਤ ਘੱਟ ਹਾਂ। ਸੋ ਇਹ ਚੀਜ਼ ਤਾਂ ਅਭਿਆਸ ਦੀ, ਜਿਹੜੀ ਚੀਜ਼ ਅਭਿਆਸ ਵਿੱਚ ਨਹੀਂ ਰਹੇਗੀ, ਉਹ ਗਵਾਚਦੀ ਅਲੋਪ ਹੋ ਜਾਏਗੀ। ਖੈਰ, ਸਤਿਗੁਰੂ ਮਹਾਰਾਜ ਨੇ ਇਸੇ ਤਰ੍ਹਾਂ 12 ਮਾਹ ਰਚੇ ਨੇ। ਹੁਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਆਪਣੇ ਚੇਤ ਮਹੀਨੇ ਦਾ ਜੋ ਉਪਦੇਸ਼ ਮਹਾਰਾਜ ਨੇ ਦਿੱਤਾ ਹੈ, ਸਤਿਗੁਰੂ ਆਖਦੇ ਚੇਤ ਬਸੰਤ ਭਲਾ। ਅੱਗੇ ਸ਼ਬਦ ਵਰਤਿਆ ਭਵਰ ਸੁਹਾਵੜੇ। ਚੇਤ ਅਤੇ ਵਿਸਾਖ ਦਾ ਮਹੀਨਾ ਗੁਰੂ ਸਾਹਿਬ ਨੇ ਬਸੰਤ ਰੁੱਤ ਦਾ ਮਹੀਨਾ ਮੰਨਿਆ। ਵੈਸੇ ਭਾਰਤੀ ਪਰੰਪਰਾ ਵਿੱਚ
ਫਲਗੁਣ ਦਾ, ਜਿਹਨੂੰ ਆਪਾਂ ਫੱਗਣ ਵੀ ਕਹਿ ਦਿੰਦੇ ਹਾਂ, ਫਲਗੁਣ ਦੇ ਅਖੀਰਲੇ 15 ਦਿਨਾਂ ਤੋਂ ਲੈ ਕੇ ਵਿਸਾਖ ਦੇ ਅੱਧ 15 ਦਿਨ ਤੱਕ ਉਹ ਬਸੰਤ ਰੁੱਤ ਮੰਨਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੀਏ ਤੇ ਗੁਰੂ ਅਰਜਨ ਸਾਹਿਬ ਦੇ ਰੁੱਤੀ ਸ਼ਲੋਕ ਨੇ, 6 ਰੁੱਤਾਂ ਦੀ ਜ਼ਿਕਰ ਕੀਤਾ ਗੁਰੂ ਅਰਜਨ ਸਾਹਿਬ ਨੇ ਰਾਮਕਲੀ ਰਾਗ ਵਿੱਚ। ਉਹਦੇ ਵਿੱਚ ਮਹਾਰਾਜ ਬਸੰਤ ਰੁੱਤ ਚੇਤ ਤੇ ਵਿਸਾਖ ਦੀ ਮੰਨਦੇ ਨੇ। ਚੇਤ ਤੇ ਵਿਸਾਖ ਦੇ ਪੂਰੇ ਮਹੀਨੇ ਨੂੰ ਸਤਿਗੁਰੂ ਨੇ ਬਸੰਤ ਰਿਤੂ ਦਾ ਮੰਨਿਆ, ਬਸੰਤ ਰੁੱਤ ਦਾ ਮੰਨਿਆ। ਰੁੱਤ ਸਰਸ ਬਸੰਤ ਮਾਹ, ਚੇਤ ਵੈਸਾਖ ਸੁਖ ਮਾਸ ਜੀਓ। ਬਸੰਤ ਰੁੱਤ ਖੇੜੇ ਦੀ ਰੁੱਤ ਹੈ, ਬਹਾਰ ਦੀ ਰੁੱਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਰਾਗ ਵੀ ਬਾਣੀ ਦੇ ਵਿੱਚ ਰਚਿਆ ਜਿਹਦਾ ਨਾਮ ਬਸੰਤ ਰਾਗ ਹੈ। ਤੇ ਉਹਦੇ ਵਿੱਚ ਹਜ਼ੂਰ ਪਾਤਸ਼ਾਹ ਨੇ ਇਹ ਵੀ ਫਰਮਾਇਆ, ਮਾਹਾਂ ਮਾਹ ਮੁਬਾਰਖੀ ਚੜ੍ਹਿਆ ਸਦਾ ਬਸੰਤ, ਪਰਫੜ ਚਿੱਤ ਸੰਭਾਲ ਸੋਏ। ਸਤਿਗੁਰੂ ਮੁਬਾਰਖੀ ਕਹਿੰਦੇ ਨੇ ਖੇੜੇ ਵਾਲੀ ਰੁੱਤ ਨੂੰ, ਬਹਾਰ ਵਾਲੀ ਰੁੱਤ ਨੂੰ। ਤੇ ਗੁਰਬਾਣੀ ਦੇ ਵਿੱਚ ਇਹ ਵੀ ਪ੍ਰਤੀਕ ਵਰਤਿਆ, ਕਹਿੰਦੇ ਜਿਵੇਂ ਬਹਾਰ ਦੀ ਰੁੱਤ ਆਵੇ ਤੇ ਬਨਸਪਤੀ ਖਿੜ ਉੱਠਦੀ ਹੈ, ਸਾਨੂੰ ਉਹਦੇ ਤੋਂ ਪਤਾ ਲੱਗਦਾ ਵੀ ਬਸੰਤ ਰੁੱਤ ਹੈ। ਤੇ ਹਜ਼ੂਰ ਆਖਦੇ ਨੇ ਕਿ ਹੇ ਮਨੁੱਖ, ਤੂੰ ਆਪਣੇ ਮਨ ਅੰਦਰ ਕਦੇ ਝਾਤ ਮਾਰ ਕੇ ਵੇਖੀ ਹੈ? ਤੇਰੇ ਅੰਦਰ ਉਹ ਬਹਾਰ, ਤੇਰੇ ਅੰਦਰ ਉਹ ਖੇੜਾ ਕਿਵੇਂ ਆਏਗਾ? ਬਾਹਰ ਤੇ ਰੁੱਤ ਆਉਂਦੀ ਹੈ, ਬਹਾਰ ਦੀ ਰੁੱਤ, ਬਸੰਤ ਦੀ ਰੁੱਤ ਆਈ ਤੇ ਗੁਜ਼ਰ ਗਈ, ਬਨਸਪਤੀ ਖਿੜ ਉੱਠੀ, ਭਵਰਿਆਂ ਨੇ ਫੁੱਲਾਂ ਤੇ ਗੁੰਜਾਰ ਪਾਈ। ਜਿਹੜੀ ਕੋਇਲ ਸੀ ਉਹ ਅੰਬ ਦੇ ਰੁੱਖ ਦੇ ਉੱਤੇ ਬੈਠੀ ਹੋਈ ਗਾਉਂਦੀ ਹੈ ਮਿੱਠੀ ਆਵਾਜ਼ ਦੇ ਵਿੱਚ, ਤੇ ਬਾਹਰ ਦਾ ਇਨਵਾਇਰਮੈਂਟ ਸਾਨੂੰ ਚੰਗਾ ਲੱਗਦਾ ਹੈ। ਬਹਾਰ ਤੇ ਬਸੰਤ ਦੀ ਰੁੱਤ ਸਾਨੂੰ ਚੰਗੀ ਲੱਗਦੀ ਹੈ, ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਆਪਣੇ ਇਸ ਪਦੇ ਵਿੱਚ ਕੀਤਾ। ਪਰ ਮਹਾਰਾਜ ਨਾਲ ਸਾਨੂੰ ਵੀ ਸਮਝਾਉਂਦੇ ਨੇ, ਹੇ ਮਨੁੱਖ, ਇਹਨਾਂ ਫੁੱਲਾਂ ਵਰਗਾ ਖੇੜਾ ਤੇਰੇ ਮਨ 'ਚ ਕਦੇ ਆਇਆ? ਜਿਵੇਂ ਭਵਰਾ ਫੁੱਲ ਤੇ ਗੁੰਜਾਰ ਪਾਉਂਦਾ, ਖੁਸ਼ ਹੁੰਦਾ ਹੈ, ਆਨੰਦ ਤੇ ਪ੍ਰਸੰਨ ਹੁੰਦਾ, ਕਿ ਐਸੀ ਪ੍ਰਸੰਨਤਾ ਕਦੇ ਤੇਰੇ ਮਨ 'ਚ ਆਈ ਹੈ? ਜਿਸ ਤਰ੍ਹਾਂ ਕੋਇਲ ਅੰਬ ਦੇ ਰੁੱਖ ਦੇ ਉੱਤੇ ਬੈਠ ਕੇ ਬੋਲਦੀ ਹੈ, ਕੂਕ ਕਰਦੀ ਹੈ, ਕਿ ਇਸ ਤਰ੍ਹਾਂ ਦਾ ਆਨੰਦ, ਇਸ ਤਰ੍ਹਾਂ ਦਾ ਅਨਹਦ ਗੀਤ ਕਦੇ ਤੇਰੇ ਮਨ ਵਿੱਚੋਂ ਫੁੱਟਿਆ? ਉਹ ਕਿਵੇਂ ਆਏਗਾ? ਹਜ਼ੂਰ ਆਖਦੇ, ਜਦੋਂ ਤੇਰਾ ਅੰਦਰ ਖੇੜੇ ਵਿੱਚ ਹੋਏਗਾ, ਚੜ੍ਹਦੀ ਕਲਾ ਵਿੱਚ ਹੋਏਗਾ, ਉਤਸ਼ਾਹ ਵਿੱਚ ਹੋਏਗਾ। ਇਹ ਨਾ ਹੋਵੇ ਬਾਹਰ ਦਾ ਇਨਵਾਇਰਮੈਂਟ ਬਦਲਦਾ ਰਹੇ, ਮੌਸਮ ਬਦਲਦੇ ਰਹਿਣ, ਰੁੱਤਾਂ ਤਬਦੀਲ ਹੁੰਦੀਆਂ ਰਹਿਣ, ਤੇ ਤੇਰੇ ਅੰਦਰ ਢਹਿੰਦੀ ਕਲਾ ਤੇ ਤੇਰੇ ਅੰਦਰ ਨੀਵੇਂ ਅਹਿਸਾਸ ਹੀ ਬੈਠੇ ਰਹਿਣ। ਆਪਣੇ ਅੰਦਰ ਵੀ ਉਹ ਖੇੜਾ ਲਿਆਉਣ ਦੀ ਕੋਸ਼ਿਸ਼ ਕਰ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਨੰਦ ਕਿਹਾ ਗਿਆ, ਸਹਿਜ ਕਿਹਾ ਗਿਆ, ਜਿਸ ਨੂੰ ਆਪਾਂ ਆਮ ਬੋਲੀ ਵਿੱਚ, ਆਪਣੀ ਸੱਭਿਆਚਾਰਕ ਬੋਲੀ 'ਚ ਚੜ੍ਹਦੀ ਕਲਾ ਕਹਿੰਦੇ ਹਾਂ, ਕਿ ਉਹ ਸਦਾ ਹੀ ਬਸੰਤ ਆ ਉਹਨਾਂ ਦੇ ਜੀਵਨ 'ਚ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹਨਿਸ ਫਿਰੈ ਜਲੰਤ। ਮਹਾਰਾਜ ਕਹਿੰਦੇ ਉਹ ਸਦਾ ਹੀ ਅੰਦਰੋਂ ਸੜਦੇ, ਖਿੱਝਦੇ, ਕਰੁੱਝਦੇ, ਦੁਖੀ ਹੁੰਦੇ ਤੇ ਲੁੱਛਦੇ ਰਹਿੰਦੇ ਨੇ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਦਾ ਅਹਿਸਾਸ ਨਹੀਂ ਹੁੰਦਾ। ਉਹਨਾਂ ਨੂੰ ਜ਼ਿੰਦਗੀ ਦੇ ਸਾਰੇ ਸਹੂਲਤਾਂ ਵੀ ਦੇ ਦਿਓ, ਉਹਨਾਂ ਦੇ ਅੰਦਰ ਕੋਈ ਤਬਦੀਲੀ ਨਹੀਂ ਆਏਗੀ। ਬਾਹਰ ਚੰਗੀ ਰੁੱਤ ਵੀ ਹੋਵੇ, ਉਹ ਅੰਦਰੋਂ ਢਹਿੰਦੀ ਕਲਾ ਤੇ ਨੀਵੇਂ ਅਹਿਸਾਸਾਂ ਵਿੱਚ ਹੀ ਰਹਿਣਗੇ। ਇਸੇ ਲਈ ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਵੀ ਇੱਕ ਤਾਂ ਮੌਸਮ ਬਾਹਰ ਹੁੰਦਾ ਹੈ ਨਾ, ਇੱਕ ਦੁਨੀਆ ਬਾਹਰ ਹੈ, ਇੱਕ ਸਾਡੇ ਅੰਦਰ ਵੀ ਹੈ। ਜਿੰਨਾ ਚਿਰ ਸਾਡੀ ਅੰਦਰ ਦੀ ਦੁਨੀਆ 'ਚ ਬਸੰਤ ਨਹੀਂ ਨਾ ਵਾਪਰਦੀ, ਸਾਡੀ ਜ਼ਿੰਦਗੀ ਦੇ ਚੱਜ ਅਚਾਰ ਵਿੱਚ ਕੋਈ ਫਰਕ ਨਹੀਂ ਪੈਂਦਾ। ਸਾਡੇ ਅੰਦਰ ਤਾਂ ਪੱਤ ਝਾੜੀ ਰਹਿੰਦੀ ਹੈ, 12 ਮਹੀਨੇ 30 ਦਿਨ, ਜਿੰਨਾ ਸਮਾਂ ਅਸੀਂ ਜ਼ਿੰਦਗੀ ਦਾ ਗੁਜ਼ਾਰਦੇ ਹਾਂ, ਅੰਦਰ ਤੇ ਪੱਤ ਝਾੜ ਹੈ, ਢਹਿੰਦੀ ਕਲਾ ਹੈ, ਨੀਵਾਂਪਣ ਹੈ। ਵੈਸੇ ਅਸੀਂ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮੌਜੂਦ ਆ ਇੱਥੇ, ਆਪਾਂ ਸਾਰਿਆਂ ਨੂੰ ਇੱਕ ਕਾਰਜ ਕਰਨਾ ਚਾਹੀਦਾ ਹੈ ਵੀ ਸਤਿਗੁਰੂ ਪਾਤਸ਼ਾਹ ਦਾ ਜੀਵਨ ਪੜ੍ਹਨ ਦੇ ਨਾਲ ਨਾਲ ਨਾ ਸਾਨੂੰ 18ਵੀਂ ਸਦੀ ਦੀ ਸਿੱਖ ਤਾਰੀਖ ਪੜ੍ਹਨੀ ਚਾਹੀਦੀ ਹੈ। ਉਹ ਸਾਨੂੰ ਬੜੀ ਪ੍ਰਭਾਵਿਤ ਕਰਨ ਵਾਲੀ ਹੈ। ਉਹ ਸਾਰੇ ਦਾ ਸਾਰਾ ਜਿਹੜਾ ਚੈਪਟਰ ਹੈ ਇਤਿਹਾਸ ਦਾ, ਗੁਰੂ ਕਲਗੀਧਰ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ਜਿੰਨਾ ਵੀ ਇਤਿਹਾਸ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਮੁਹਿੰਮਾਂ ਤੇ ਸ਼ਹਾਦਤ ਤੇ ਉਸ ਤੋਂ ਬਾਅਦ ਦਾ ਪੜ੍ਹੋ। ਤੁਸੀਂ ਅਰਦਾਸ ਦਾ ਜਿਹੜਾ ਪਹਿਰਾ ਪੜ੍ਹਦੇ ਹੋ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ,
ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸ ਸੰਖੇਪ ਵਿੱਚ ਕੇਵਲ ਅਹਿਸਾਸ ਸਾਡੇ ਅੰਦਰ ਭਰਨ ਵਾਸਤੇ ਵੀ ਸਾਨੂੰ ਇਤਿਹਾਸ ਜਿਹੜਾ ਸਾਡੇ ਅੰਦਰ ਉਹਦਾ ਅਹਿਸਾਸ ਹੋਵੇ, ਅਰਦਾਸ ਕਰਦਿਆਂ ਹੋਇਆਂ ਵੀ। ਇਹ ਸਾਰੀ ਤਾਰੀਖ ਉਸ ਵਕਤ ਦੀ ਹੈ, ਕਿਵੇਂ ਸਾਡੇ ਬਜ਼ੁਰਗਾਂ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹ ਗਏ, ਹਾਥੀਆਂ ਮਗਰ ਪਾ ਕੇ ਪਾੜ ਦਿੱਤੇ ਗਏ, ਜ਼ਮੀਨ ਦੇ ਵਿੱਚ ਗੱਡ ਕੇ ਮੂੰਗਲੀਆਂ ਨਾਲ ਕੁੱਟ ਦਿੱਤੇ ਗਏ, ਕੁੱਤੇ ਛੱਡ ਕੇ ਉਹਨਾਂ ਦੇ ਸਰੀਰ ਪੜਵਾ ਦਿੱਤੇ ਗਏ। ਕੀ ਜ਼ੁਲਮ ਤੇ ਸਿਤਮ ਸੀ, ਜਿਹੜਾ ਅਜਿਹਾ ਕਿਹੜਾ ਜ਼ੁਲਮ ਹੈ ਜਿਹੜਾ ਸਮੇਂ ਦੀ ਸੱਤਾ ਨੇ ਉਹਨਾਂ ਉੱਤੇ ਨਹੀਂ ਕੀਤਾ। ਇਹ ਤਾਰੀਖ ਦਾ ਜਿਹੜਾ ਅਧਿਆਇ ਹੈ ਉਹ ਸਾਨੂੰ ਦੱਸਦਾ ਹੈ ਘਰ ਘਾਟ ਤਬਾਹ ਕਰ ਦਿੱਤੇ ਗਏ। ਸਿੱਖਾਂ ਨੂੰ ਜੰਗਲਾਂ, ਪਹਾੜਾਂ ਤੇ ਰੇਗਿਸਤਾਨਾਂ ਦੇ ਵਿੱਚ ਰਹਿਣਾ ਪਿਆ, ਦਰਿਆ ਦੇ ਝੱਲਾਂ ਵਿੱਚ ਜਾ ਕੇ ਕੁਝ ਵਕਤ ਜਿਹੜਾ ਸੀ ਉਹ ਗੁਜ਼ਾਰਨਾ ਪਿਆ। 4-5 ਪੀੜ੍ਹੀਆਂ ਸਿੱਖ ਇਸ ਤਰ੍ਹਾਂ ਆਪਣਾ ਲਹੂ ਡੋਲਦੇ ਰਹੇ, ਕੁਰਬਾਨੀਆਂ ਕਰਦੇ ਰਹੇ। ਖਾਣ ਵਾਸਤੇ ਕੁਝ ਨਹੀਂ, ਪਹਿਨਣ ਵਾਸਤੇ ਕੁਝ ਨਹੀਂ, ਰਹਿਣ ਵਾਸਤੇ ਥਾਂ ਨਹੀਂ। ਪਰ ਇਹ ਸਭ ਤੋਂ ਇੱਕ ਵਿਲੱਖਣ ਗੱਲ ਪਤਾ ਕੀ ਹੈ ਇਸ ਇਤਿਹਾਸ ਦੀ? ਦੁੱਖ ਬਹੁਤ ਹੈ, ਤਕਲੀਫ ਬਹੁਤ ਹੈ। ਬਾਹਰ ਉਹਨਾਂ ਕੋਲ ਕੋਈ ਵੀ ਸਹੂਲਤ ਨਹੀਂ ਤੇ ਬਾਹਰ ਕੋਈ ਵੀ ਕਿਧਰੋਂ ਠੰਡੀ ਹਵਾ ਦਾ ਬੁੱਲਾ ਨਹੀਂ ਆਉਂਦਾ। ਪਰ ਜਿਹੜੀ ਵਿਲੱਖਣ ਗੱਲ ਹੈ ਇਸ ਤਾਰੀਖ ਦੀ ਉਹ ਇਹ ਹੈ ਕਿ ਉਹਨਾਂ ਦੇ ਅੰਦਰ ਢਹਿੰਦੀ ਕਲਾ ਨਹੀਂ ਹੈ। ਉਹਨਾਂ ਦਾ ਅੰਦਰ ਕਦੇ ਨਹੀਂ ਰੋਇਆ। ਉਹਨਾਂ ਦੀ ਆਤਮਾ ਬੜੀ ਉੱਚੀ ਰਹੀ ਤੇ ਸੁਰਤ ਬੜੀ ਉੱਚੀ ਰਹੀ ਤੇ ਮਨ ਬੜਾ ਪਵਿੱਤਰ ਰਿਹਾ। ਜਿਸ ਵੇਲੇ ਇਸ ਇਤਿਹਾਸ ਦੇ ਅਧਿਆਏ ਨੂੰ ਤੁਸੀਂ ਪੜ੍ਹੋਗੇ ਤੁਸੀਂ ਹੈਰਾਨ ਹੋਵੋਗੇ ਵੀ ਇਹ ਦਾਤ ਸਿੱਖ ਕਿੱਥੋਂ ਲੈਂਦਾ ਹੈ। ਹੁਣ ਮੰਨ ਲਓ ਉਹਦੇ ਕੋਲ ਜਿਹੜੇ ਛੋਲੇ ਨੇ, ਛੋਲਿਆਂ ਦੀ ਇੱਕ ਮੁੱਠ ਖਾਣ ਵਾਸਤੇ ਇੱਕ ਸਿੱਖ ਦੂਸਰੇ ਨੂੰ ਪੁੱਛਦਾ ਹੈ ਵੀ ਤੂੰ ਕੀ ਛਕ ਰਿਹਾ, ਤੇ ਉਹ ਕਹਿੰਦਾ ਮੈਂ ਬਦਾਮ ਛਕ ਰਿਹਾ। ਕੋਈ ਦੁਨੀਆ ਦੀ ਕੌਮ ਹੈ ਜਿਹੜੀ ਆਪਣੇ ਖਾਜੇ ਦਾ, ਖਾਣੇ ਦਾ ਨਾਂ ਹੀ ਬਦਲ ਕੇ ਰੱਖਦਾ। ਹੁਣ ਛੋਲਿਆਂ ਦੀ ਮੁੱਠ ਨੂੰ ਬਦਾਮ ਆਖਣਾ, ਭੁੱਖ ਕੱਟੀ ਜਾ ਰਹੀ ਹੋਵੇ ਵੀ ਕਈ ਦਿਨਾਂ ਤੋਂ ਪ੍ਰਸ਼ਾਦਾ ਜਾਂ ਕੁਝ ਖਾਣ ਲਈ ਚੰਗਾ ਨਹੀਂ ਮਿਲਿਆ, ਤੇ ਹੁਣ ਸਾਡੀ ਬੋਲੀ ਕੀ ਹੋਏਗੀ? ਅਸੀਂ ਉਹਨੂੰ ਕਿਵੇਂ ਬਿਆਨ ਕਰਾਂਗੇ? ਅਸੀਂ ਕਹਾਂਗੇ ਭੁੱਖੇ ਮਰ ਗਏ, ਲੁੱਟੇ ਗਏ, ਮਾਰੇ ਗਏ। ਕਈ ਕੁਝ ਹੈ ਸਾਡੇ ਕੋਲ ਸ਼ਬਦ। ਸਾਡੇ ਜਿੰਨੇ ਵੀ ਸ਼ਬਦ ਹੋਣਗੇ ਨਾ ਉਹਨਾਂ ਦੇ ਵਿੱਚੋਂ ਤੁਹਾਨੂੰ ਦੁੱਖ ਦਾ ਝਲਕਾਰਾ ਹੀ ਪਵੇਗਾ, ਮੁਸੀਬਤ ਦਾ ਝਲਕਾਰਾ। ਪਰ ਖਾਲਸਾ ਜੀ ਦਾ ਸ਼ਬਦ ਕੀ ਸੀ? 2 ਲਫ਼ਜ਼। ਇੱਕ ਕਹਿਣਾ ਵੀ ਖਾਲਸਾ ਕੜਾਕਾ ਕੱਟ ਰਿਹਾ ਤੇ ਦੂਜਾ ਕਹਿਣਾ ਲੰਗਰ ਮਸਤਾਨਾ ਹੋ ਗਿਆ। ਹੁਣ ਤੁਸੀਂ ਇਸ ਸ਼ਬਦ ਨੂੰ ਇੱਕ ਪਾਸੇ ਰੱਖੋ ਤੇ ਅਸੀਂ ਜਿਹੜੇ ਵਰਤਦੇ ਉਹਨੂੰ ਇੱਕ ਪਾਸੇ ਰੱਖੋ। ਦੋਵਾਂ ਸ਼ਬਦਾਂ ਨੂੰ ਤੋਲ ਕੇ ਵੇਖੋ ਕਿਹੜੇ ਸ਼ਬਦ 'ਚੋਂ ਤੁਹਾਨੂੰ ਚੜ੍ਹਦੀ ਕਲਾ ਦਾ ਅਹਿਸਾਸ ਹੁੰਦਾ ਤੇ ਕਿਹੜਾ ਸ਼ਬਦ ਹੈ ਜਿਹੜਾ ਤੁਹਾਡੇ ਅੰਦਰ ਦੇ ਅਹਿਸਾਸ ਨੂੰ ਨੀਵਾਂ ਲੈ ਜਾਂਦਾ। ਜਾਨੀ ਤੇ ਮਾਲੀ ਤਬਾਹੀ ਹੋ ਜਾਏ, ਇੱਕੇ ਦਿਨ ਵਿੱਚ ਹਜ਼ਾਰਾਂ ਸਿੱਖ ਕਤਲ ਕੀਤੇ ਜਾਣ, ਹਜ਼ਾਰਾਂ ਸਿੱਖ ਆਪਣੀ ਜਾਨ ਤੋਂ ਹੱਥ ਧੋ ਲੈਣ, ਉਹਨਾਂ ਦੀਆਂ ਸ਼ਹੀਦੀਆਂ ਹੋ ਜਾਣ, ਅਸੀਂ ਉਹਦੇ ਲਈ ਕੀ ਲਫ਼ਜ਼ ਵਰਤਾਂਗੇ? ਅਸੀਂ ਕਹਾਂਗੇ ਤਬਾਹੀ ਹੋ ਗਈ, ਬਹੁਤ ਬੁਰਾ ਹਾਲ ਹੋਇਆ, ਬਰਬਾਦੀ ਹੋ ਗਈ। ਖਾਲਸਾ ਜੀ ਨੇ ਇਹਨੂੰ ਬਰਬਾਦੀ ਨਹੀਂ ਕਿਹਾ, ਤਬਾਹੀ ਨਹੀਂ ਕਿਹਾ, ਉਹਨਾਂ ਕਿਹਾ ਘੱਲੂਘਾਰਾ ਵਾਪਰਿਆ। ਹੁਣ ਤੁਸੀਂ ਘੱਲੂਘਾਰਾ ਸ਼ਬਦ, ਤਬਾਹੀ ਤੇ ਬਰਬਾਦੀ ਸ਼ਬਦ, ਇਹਨਾਂ ਦੋਵਾਂ ਸ਼ਬਦਾਂ ਨੂੰ ਇੱਕ ਪਲੜੇ 'ਚ ਪਾ ਲਓ ਤੇ ਘੱਲੂਘਾਰਾ ਸ਼ਬਦ ਇੱਕ ਪਲੜੇ 'ਚ ਪਾ ਲਓ। ਸਾਡੇ ਸ਼ਬਦ ਐਸੇ ਨੇ ਜਿਹੜੇ ਤੁਹਾਡੇ ਅੰਦਰ ਨੂੰ ਢਹਿੰਦੀ ਕਲਾ 'ਚ ਲੈ ਜਾਣਗੇ, ਦੁੱਖ ਵੱਡਾ ਕਰ ਦੇਣਗੇ ਤੇ ਧੀਰਜ ਤੇ ਹੌਸਲਾ ਕਮਜ਼ੋਰ ਕਰ ਦੇਣਗੇ। ਤੇ ਇੱਕ ਖਾਲਸਾ ਜੀ ਵੱਲੋਂ ਵਰਤਿਆ ਗਿਆ ਸ਼ਬਦ ਹੈ ਜਿਹੜਾ ਦੁੱਖ ਨੂੰ ਵੀ ਬਿਆਨ ਕਰ ਜਾਂਦਾ ਹੈ ਤੇ ਤੁਹਾਨੂੰ ਡਿੱਗਣ ਵੀ ਨਹੀਂ ਦਿੰਦਾ। ਇਹ ਵੀ ਮਹਿਸੂਸ ਨਹੀਂ ਹੋਣ ਦਿੰਦਾ ਵੀ ਕੋਈ ਦੁੱਖ ਸਿਰ ਤੇ ਚੜ੍ਹ ਗਿਆ। ਉਹਦੇ ਵਿੱਚ ਇੱਕ ਵੱਖਰਾ ਹੀ ਤੁਹਾਨੂੰ ਅਹਿਸਾਸ ਜਿਹੜਾ ਹੈ ਉਸ ਸ਼ਬਦ ਵਿੱਚੋਂ ਵੱਖਰਾ ਜੀ, ਵੱਖਰੀ ਫੀਲਿੰਗ ਤੁਹਾਨੂੰ ਉਹਦੇ ਵਿੱਚੋਂ ਮਹਿਸੂਸ ਹੋਵੇਗੀ। ਹੁਣ ਇਹਦੇ ਵਿੱਚ ਕਈ ਸ਼ਬਦ ਨੇ ਜਿਹੜੇ ਖਾਲਸਾ ਜੀ ਆਪਣੀ ਬੋਲੀ ਦੇ ਵਿੱਚ ਵਰਤਿਆ ਕਰਦੇ ਸਨ। ਹੁਣ ਇਹ ਜਿਹੜਾ ਹੈ ਵੀ ਅੰਦਰ ਡੋਲਿਆ ਨਹੀਂ, ਅੰਦਰ ਭਟਕਿਆ ਨਹੀਂ। ਦੁੱਖ ਤੇ ਹੈ ਪਰ ਦੁੱਖ ਨੂੰ ਮੰਨਿਆ ਨਹੀਂ ਗਿਆ। ਮੁਸੀਬਤ ਹੈ ਪਰ ਮੁਸੀਬਤ ਦੇ ਸਾਹਮਣੇ ਗੋਡੇ ਨਹੀਂ ਟੇਕੇ ਗਏ। ਆਪਣੀ ਚੜ੍ਹਦੀ ਕਲਾ ਨਾਲ ਮੁਸੀਬਤ ਦੇ ਦੌਰ ਨੂੰ ਵੀ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ।
ਹੁਣ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਹਾ ਗਿਆ ਕਿ ਬੁਰਾ ਨਾਹੀਂ ਸਭ ਭਲਾ ਹੀ ਹੈ ਰੇ, ਹਾਰ ਨਾਹੀਂ ਸਭ ਜਿੱਤ ਹੈ। ਹੁਣ ਇਸ ਜੀਵਨ ਨੂੰ ਜੀਣਾ ਜਿਹੜਾ ਤੁਸੀਂ ਆਪ ਮਹਿਸੂਸ ਕਰਕੇ ਵੇਖੋ, ਜਿਸ ਬੰਦੇ ਨੂੰ ਦੁੱਖ ਤੇ ਹੈ ਪਰ ਦੁੱਖ ਮੰਨੇ ਹੀ ਨਾ। ਆਪਾਂ ਕਈ ਵਾਰ ਬਾਣੀ ਪੜ੍ਹਦੇ ਆ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਤੇ ਮਨ 'ਚ ਖਿਆਲ ਆਉਂਦਾ ਵੀ ਕੀ ਪੋਸੀਬਲ ਹੈ ਇਹ ਗੱਲ, ਸੱਚੀ ਇਸ ਤਰ੍ਹਾਂ ਹੋ ਸਕਦਾ, ਸੱਚੀ ਇਵੇਂ ਕਮਾਇਆ ਜਾ ਸਕਦਾ, ਕਿਸੇ ਮੰਨਿਆ ਅਜੇ ਤੱਕ? ਠੀਕ ਹੈ, ਸਾਡੇ ਜੀਵਨ 'ਚ ਨਹੀਂ ਹੈ ਇਹ ਗੁਣ, ਪਰ ਸੱਚਾਈ ਇਹ ਹੈ ਵੀ ਇਹਦੀ ਪ੍ਰੈਕਟਿਸ ਕਰਕੇ ਸਾਡੇ ਬਜ਼ੁਰਗਾਂ ਨੇ ਵਿਖਾਇਆ ਵੀ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਗਿਆ ਉਸ ਨੂੰ ਐਵੇਂ ਜੀਵਿਆ ਜਾ ਸਕਦਾ। ਬਾਣੀ ਤੁਹਾਨੂੰ ਇਹ ਜੀਵਨ ਬਖਸ਼ ਦਿੰਦੀ ਹੈ। ਸਤਿਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਸਤਿਗੁਰੂ ਦੀ ਮੱਤ ਦੀ ਪ੍ਰੈਕਟਿਸ ਕਰਕੇ, ਗੁਰੂ ਮਹਾਰਾਜ ਦੇ ਦੱਸੇ ਰਾਹ ਦੇ ਉੱਤੇ ਚੱਲ ਕੇ ਸੱਚਮੁੱਚ ਇਹ ਮਨੋ ਅਵਸਥਾ ਹੰਢਾਈ ਜਾ ਸਕਦੀ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸ਼ਬਦ ਵਿੱਚ ਬਿਆਨ ਕੀਤੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਹੁਣ ਕਮਾਲ ਹੈ ਨਾ, ਕੰਚਨ ਮਾਟੀ, ਵੀ ਸੋਨੇ ਨੂੰ ਮਿੱਟੀ ਸਮਝੇ, ਸੋਨੇ ਨੂੰ ਮਿੱਟੀ। ਸਮੇਂ ਦੀਆਂ ਬਾਦਸ਼ਾਹੀਆਂ ਉਹਨਾਂ ਨੂੰ ਨਿਉਂਤੇ ਭੇਜਦੀਆਂ ਨੇ, ਤੋਹਫੇ ਭੇਜਦੀਆਂ ਨੇ। ਐਸਾ ਵੀ ਆਉਂਦਾ ਕਿ ਸਮੇਂ ਦੇ ਹਾਕਮਾਂ ਨੇ ਬੜੇ ਕੀਮਤੀ ਮੇਵੇ ਤੇ ਦੁਸ਼ਾਲੇ ਖਾਲਸਾ ਜੀ ਨੂੰ ਭੇਜੇ, ਤੇ ਖਾਲਸੇ ਨੇ ਹੁਣ ਜੋ ਉਹਨਾਂ ਕੋਲ ਮੈਸਰ ਉਹਨਾਂ ਭੇਜਿਆ। ਹੁਣ ਜਿਹੜੇ ਜੰਗਲ ਵਿੱਚ ਪੀਲੂ ਲੱਗਦੇ ਨੇ, ਮੜਿਆਂ ਨੂੰ ਬੇਰ ਲੱਗਦੇ ਨੇ, ਤੇ ਜਿਹੋ ਜਿਹਾ ਉਹ ਪਾਟਾ ਦੁਸ਼ਾਲਾ ਆਪਣੇ ਤਨ ਤੇ, ਉਹਨਾਂ ਨੇ ਉਹ ਚੁੱਕ ਕੇ ਉਹ ਹੀ ਭੇਜ ਦਿੱਤਾ। ਹੁਣ ਉਹ ਬੜੇ ਹੈਰਾਨ ਹੋਏ ਵੀ ਕਮਾਲ ਹੈ, ਅਸੀਂ ਮੇਵੇ ਭੇਜੇ, ਰੇਸ਼ਮੀ ਦੁਸ਼ਾਲੇ ਭੇਜੇ, ਸੋਨੇ ਦੇ ਗਹਿਣੇ ਭੇਜੇ, ਤੇ ਖਾਲਸਾ ਜੀ ਨੇ ਅੱਗੋਂ ਕੀ ਭੇਜੇ? ਮੜਿਆਂ ਦੇ ਬੇਰ। ਹੁਣ ਉਹ ਦੱਸਣ ਵਾਸਤੇ ਸੀ ਵੀ ਸਾਡੇ ਲਈ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਇਹੀ ਹੈ, ਤੇ ਅਸੀਂ ਵੀ ਆਪਣੀ ਧਰਤੀ ਦੇ ਬਾਦਸ਼ਾਹ। ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਵੀ ਖਾਲਸਾ ਜੀ ਦਾ ਇਹ ਦਾਵਾ ਸੀ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਵਰੋ ਪਾਵਾ। ਭਾਵੇਂ ਖਾਣ ਲਈ ਹੈ ਨਹੀਂ, ਪਹਿਨਣ ਲਈ ਮੁਯਸਰ ਨਹੀਂ, ਰਹਿਣ ਲਈ ਥਾਂ ਨਹੀਂ, ਮੁਸੀਬਤ ਜ਼ਦਾ ਨੇ, ਦੁੱਖ ਭੁੱਖ ਦੇ ਸ਼ਿਕਾਰ ਨੇ, ਤਕਲੀਫਾਂ, ਪਰ ਉਹ ਕਹਿੰਦੇ ਸਨ ਅਸੀਂ, ਗੁਰੂ ਮਹਾਰਾਜ ਨੇ ਸਾਨੂੰ ਬਾਦਸ਼ਾਹ ਬਣਾਇਆ, ਅਸੀਂ ਇਸ ਧਰਤੀ ਦੇ ਪਾਤਸ਼ਾਹ ਹਾਂ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਵਰੋ ਪਾਵਾ। ਹੁਣ ਇਹ ਜਿਹੜੀ ਬੁਲੰਦੀ ਹੈ ਸੁਰਤ ਦੀ, ਇਹ ਕੋਈ ਹੰਕਾਰ ਦੀ ਭਾਸ਼ਾ ਨਹੀਂ ਸੀ ਉਹਨਾਂ ਦੀ, ਇਹ ਉਹਨਾਂ ਦੀ ਸੁਰਤ ਦੀ ਉਚਾਈ ਹੈ। ਇਹ ਜੀਵਨ ਦੀ ਚੜ੍ਹਦੀ ਕਲਾ ਹੈ, ਖੇੜਾ ਹੈ, ਇਹ ਆਨੰਦ ਹੈ। ਮੁਸੀਬਤਾਂ 'ਚ ਫਸੇ ਹੋਏ ਨੂੰ ਵੀ ਜਦੋਂ ਪੁੱਛਿਆ ਜਾਂਦਾ ਕੀ ਹਾਲਤ, ਉਹ ਕਹਿੰਦੇ ਚੜ੍ਹਦੀ ਕਲਾ ਹੈ। ਅੱਜ ਸਾਡੇ ਲਈ ਮਹਿਜ਼ ਇਹ ਲਫ਼ਜ਼ ਨੇ, ਪਰ ਉਹਨਾਂ ਲਈ ਲਫ਼ਜ਼ ਨਹੀਂ ਸਨ, ਉਹ ਸੱਚਮੁੱਚ ਹੀ ਜਿਹੜੀ ਮਨੋ ਅਵਸਥਾ ਹੰਢਾਉਂਦੇ ਸਨ, ਉਹ ਕਹਿੰਦੇ ਸਨ ਵੀ ਚੜ੍ਹਦੀ ਕਲਾ। ਹੁਣ ਸਤਿਗੁਰੂ ਮਹਾਰਾਜ ਆਖਦੇ ਕਿ ਐਸਾ ਜੀਵਨ ਵੀ ਮਾਣਿਆ ਜਾ ਸਕਦਾ, ਇਸੇ ਨੂੰ ਹਜ਼ੂਰ ਨੇ ਅੰਦਰ ਦੀ ਬਸੰਤ ਕਿਹਾ। ਇਹ ਤਾਂ ਮੈਂ ਫੋਰ ਐਗਜ਼ਾਮਪਲ ਉਦਾਹਰਣ ਵਾਤ ਆਪ ਜੀ ਦੇ ਸਾਹਮਣੇ ਸਿੱਖ ਤਾਰੀਖ ਦੇ ਪੱਤਰੇ ਰੱਖੇ ਨੇ। ਇਸੇ ਨੂੰ ਮਹਾਰਾਜ ਨੇ ਕਿਹਾ ਵੀ ਜਿਹੜੇ ਉਸ ਮਾਲਕ ਵਾਹਿਗੁਰੂ ਦੀ ਇਬਾਦਤ ਵਿੱਚ ਨੇ, ਗੁਰੂ ਦੇ ਰਾਹ ਦੇ ਉੱਤੇ ਨੇ, ਜਿਨ੍ਹਾਂ ਦੀ ਸੁਰਤ ਪਾਕ ਤੇ ਉੱਚੀ ਹੈ, ਉਹਨਾਂ ਦੇ ਘਰ ਸਦਾ ਹੀ ਖੇੜਾ ਹੈ, ਪਤਝੜ ਹੁੰਦੀ ਨਹੀਂ। ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਬਾ ਕਮਾਲ ਸ਼ਬਦਾਵਲੀ ਵਿੱਚ ਆਪਣਾ ਉਪਦੇਸ਼ ਬਖਸ਼ਦੇ ਨੇ, ਕਹਿੰਦੇ ਨੇ ਚੇਤ ਬਸੰਤ ਭਲਾ। ਚੇਤ ਦਾ ਮਹੀਨਾ ਬਸੰਤ ਰੁੱਤ ਦਾ ਹੈ ਤੇ ਬੜਾ ਭਲਾ ਮਹੀਨਾ ਹੈ, ਬੜੀ ਭਲੀ ਰੁੱਤ ਵਾਲਾ ਮਹੀਨਾ ਹੈ। ਭਵਰ ਸੁਹਾਵੜੇ, ਫੁੱਲਾਂ ਦੇ ਉੱਤੇ ਭੌਰੇ ਜਿਹੜੇ ਨੇ ਉਹ ਗੁੰਜਾਰ ਪਾਉਂਦੇ ਹੋਏ ਬੜੇ ਸੋਹਣੇ ਲੱਗਦੇ ਨੇ। ਤੇ ਸਤਿਗੁਰੂ ਹੁਣ ਅੱਗੇ ਪ੍ਰਤੀਕ ਕਰਦੇ, ਕਹਿੰਦੇ ਧਨ ਦੇਖੈ ਹਰ ਦਵਾਰ। ਧਨ ਕਹਿੰਦੇ ਨੇ ਇਸਤਰੀ ਨੂੰ, ਪਤਨੀ ਨੂੰ। ਪਤਨੀ ਦਰਵਾਜ਼ੇ ਵਿੱਚ ਖੜੀ ਹੈ। ਧਨ ਦੇਖੈ ਹਰ ਦਵਾਰ, ਆਵੋ ਦਇਆ ਕਰੇ। ਇੱਕ ਉਤਸੁਕ ਪਤਨੀ ਜਿਹੜੀ ਆਪਣੇ ਪਤੀ ਦੀ ਉਡੀਕ ਵਿੱਚ ਦਰਵਾਜ਼ੇ 'ਚ ਬਰੂਹਾਂ 'ਚ ਖੜੀ ਹੋਈ ਰਾਹ ਤੱਕ ਰਹੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਮਹਾਰਾਜ ਕਹਿੰਦੇ, ਹੇ ਮੇਰੇ ਮਾਲਕ ਵਾਹਿਗੁਰੂ, ਮੈਂ ਤੇਰੀ ਇਹ ਬਾਹਰ ਬਖਸ਼ੀ ਹੋਈ ਬਸੰਤ ਰੁੱਤ ਦਾ ਜਿਸ ਵੇਲੇ ਨਜ਼ਾਰਾ ਵੇਖਦਾ, ਤਾਂ ਮੈਂ ਵੀ ਉਸ ਪਤਨੀ ਵਾਂਗ ਤੇਰਾ ਰਾਹ ਉਡੀਕਦਾ ਵੀ ਹੇ ਮੇਰੇ ਮਾਲਕ ਵਾਹਿਗੁਰੂ, ਮੇਰੇ ਹਿਰਦੇ ਘਰ ਵਿੱਚ ਆਓ, ਤੁਹਾਡੀ ਯਾਦ ਵੀ ਮੇਰੇ ਅੰਦਰ ਵਸੇ। ਧਨ ਦੇਖੈ ਹਰ ਦਵਾਰ, ਆਵੋ ਦਇਆ ਕਰੇ, ਘਰ ਆਓ ਪਿਆਰੇ। ਇੱਕ ਥਾਂ ਤੇ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਇਹ ਵੀ ਕਹਿੰਦੇ ਨੇ। ਹੁਣ ਇੱਥੇ ਸਤਿਗੁਰੂ ਮਹਾਰਾਜ ਨੇ ਆਖਿਆ ਚੇਤ ਬਸੰਤ ਭਲਾ, ਭਵਰ ਸੁਹਾਵੜੇ, ਬਨ ਫੂਲੇ ਮੰਝ ਬਾਰ। ਬਨ ਦਾ ਮਤਲਬ ਹੁੰਦਾ ਹੈ ਜੀ
ਰੁੱਖ, ਜੰਗਲੀ ਬੂਟੀਆਂ, ਜੰਗਲੀ ਵੇਲਾਂ। ਫੂਲੇ ਦਾ ਮਤਲਬ ਹੈ ਖਿੜ ਉੱਠਦੀਆਂ ਨੇ, ਪ੍ਰਫੁੱਲਤ ਹੁੰਦੀਆਂ ਨੇ। ਮੰਝ ਦਾ ਮਤਲਬ ਹੈ ਕਿੱਥੇ, ਵਿਚਕਾਰ, ਬਾਰ, ਜੰਗਲ ਦੇ ਵਿੱਚ। ਪੰਜਾਬ ਦੇ ਵਿੱਚ ਵੰਡ ਤੋਂ ਪਹਿਲਾਂ ਬਾਰਾਂ ਦੇ ਇਲਾਕੇ ਹੁੰਦੇ ਸਨ। ਨੀਲੀ ਬਾਰ, ਰਚਨਾ ਬਾਰ, ਸਾਂਦਲ ਬਾਰ, ਇਹ ਸਾਰੀਆਂ ਬਾਰਾਂ ਸਨ ਜਿਹੜੀਆਂ ਦਰਿਆਵਾਂ ਦੇ, ਨਦੀਆਂ ਦੇ ਵਿਚਕਾਰ ਦੇ ਇਲਾਕੇ ਨੂੰ ਬਾਰ ਦਾ ਇਲਾਕਾ ਕਿਹਾ ਜਾਂਦਾ ਸੀ। ਨਨਕਾਣਾ ਸਾਹਿਬ ਵੀ ਬਾਰ ਦੇ ਇਲਾਕੇ 'ਚ ਹੈ ਅਤੇ ਕਰਤਾਰਪੁਰ ਵੀ ਬਾਰ ਦੇ ਇਲਾਕੇ 'ਚ ਹੈ। ਦਰਿਆਵਾਂ ਦੇ ਕੰਢੇ ਨੇ, ਕੁਦਰਤੀ ਮਾਹੌਲ ਹੈ। ਹੁਣ ਇਸ ਇਲਾਕੇ ਵਿੱਚ ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ, ਰਾਵੀ ਦਾ ਕੰਢ ਹੈ, ਤੁਸੀਂ ਵੇਖੋ। ਅਤੇ ਸਾਹਿਬ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਕਰਤਾਰਪੁਰ ਆਪਣੀ ਜ਼ਿੰਦਗੀ ਦੇ 18 ਸਾਲ, ਉਮਰ ਦੇ ਆਖਰੀ 18 ਸਾਲ ਜਿਹੜੇ ਨੇ ਉੱਥੇ ਬਤੀਤ ਕੀਤੇ ਨੇ। ਅਤੇ ਸਾਹਿਬ ਸਤਿਗੁਰੂ ਨੇ ਆਪਣੀ ਬਹੁਤੀ ਬਾਣੀ ਵੀ ਉੱਥੇ ਕਲਮਬੰਦ ਕਰਕੇ ਇੱਕ ਪੋਥੀ ਰੂਪ ਵਿੱਚ ਲਿਖੀ ਹੈ। ਉਹਨੂੰ ਇੱਕ ਜਗ੍ਹਾ 'ਤੇ ਇਕੱਠਿਆਂ ਕਰਕੇ ਸੰਭਾਲਿਆ। ਸਾਹਿਬ ਮਹਾਰਾਜ ਕੀ ਫਰਮਾਉਂਦੇ ਨੇ, ਬਨ ਫੂਲੇ ਮੰਝ ਬਾਰ, ਮੈਂ ਪਿਰ ਘਰ ਬਾਹੁੜੈ। ਬਸੰਤ ਦੀ ਰੁੱਤ ਹੈ, ਭਵਰੇ ਫੁੱਲਾਂ 'ਤੇ ਗੁੰਜਾਰ ਪਾਉਂਦੇ ਨੇ ਅਤੇ ਜੰਗਲੀ ਬੂਟੀਆਂ, ਵੇਲਾਂ ਅਤੇ ਰੁੱਖ ਜਿਹੜੇ ਨੇ ਉਹ ਖਿੜ ਉੱਠੇ ਨੇ, ਪ੍ਰਫੁੱਲਤ ਹੋ ਗਏ ਨੇ। ਅਤੇ ਇਹ ਬਾਹਰ ਦਾ ਮੌਸਮ ਵੇਖ ਕੇ, ਬਾਹਰ ਦੀ ਖੇੜੇ ਦੀ ਰੁੱਤ ਵੇਖ ਕੇ ਮੇਰੇ ਅੰਦਰ ਖਿਆਲ ਉਪਜਦਾ, ਜਿਵੇਂ ਬਹਾਰ ਆਈ ਅਤੇ ਇਹ ਖਿੜ ਉੱਠੇ ਨੇ। ਮੇਰਾ ਪਿਆਰਾ ਪ੍ਰਭੂ ਵੀ ਮੇਰੇ ਹਿਰਦੇ ਘਰ ਵਿੱਚ ਆਏ ਅਤੇ ਮੇਰਾ ਜੀਵਨ ਵੀ ਮੌਲ ਉੱਠੇ, ਮੇਰਾ ਅੰਤਰਾਤਮਾ ਵੀ ਖੇਡ ਉੱਠੇ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੈਂ ਪਿਰ ਘਰ ਬਾਹੁੜੈ। ਔਰ ਗੁਰੂ ਨਾਨਕ ਸਾਹਿਬ ਨੇ ਵਿਸਾਖ ਮਹੀਨੇ 'ਚ ਇੱਕ ਸ਼ਬਦ ਦੀ ਵਰਤੋਂ ਕੀਤੀ ਹੈ। ਉੱਥੇ ਸਤਿਗੁਰੂ ਆਖਦੇ ਨੇ, ਜੇ ਪਿਆਰਾ ਭਲਾ ਘਰ ਵਿੱਚ ਨਾ ਆਏ ਤਾਂ ਕੀ ਮਨੋ ਅਵਸਥਾ ਹੋਏਗੀ। ਉੱਥੇ ਸਤਿਗੁਰੂ ਨੇ ਕਿਹਾ, ਲੁੱਚ ਲੁੱਚ ਕੇ ਅੰਤਰਾਤਮਾ ਮਰ ਜਾਂਦਾ ਹੈ, ਜਿਵੇਂ ਪੱਤਝੜ ਦੀ ਰੁੱਤ ਦੇ ਵਿੱਚ ਰੁੱਖਾਂ ਤੋਂ ਪੱਤੇ ਟੁੱਟ ਕੇ ਵੀ ਡਿੱਗ ਪੈਂਦੇ ਨੇ। ਇੱਥੇ ਹਜ਼ੂਰ ਮਹਾਰਾਜ ਨੇ ਆਖਿਆ, ਬਨ ਫੂਲੇ ਮੰਝ ਬਾਰ, ਮੈਂ ਪਿਰ ਘਰ ਬਾਹੁੜੈ। ਪਿਰ ਘਰ ਨਹੀਂ ਆਵੈ, ਧਨ ਕਿਉਂ ਸੁਖ ਪਾਵੈ। ਬਿਰਹਿ ਬਿਰੋਧ ਤਨ ਛੀਜੈ। ਜੇ ਪਿਆਰਾ ਪ੍ਰੀਤਮ ਚੇਤੇ 'ਚ ਨਹੀਂ ਆਏਗਾ ਤਾਂ ਭਲਾ ਕੀ ਨੁਕਸਾਨ ਹੈ। ਸਤਿਗੁਰੂ ਆਖਦੇ, ਜਿੰਦ ਨੂੰ ਕਦੇ ਸੁੱਖ ਨਹੀਂ ਮਿਲ ਸਕਦਾ। ਅਸੀਂ ਸਹੂਲਤ ਨੂੰ ਸੁੱਖ ਸਮਝ ਬੈਠੇ ਹਾਂ। ਪ੍ਰੋਬਲਮ ਇਹ ਹੈ, ਸਹੂਲਤਾਂ ਹੁਣ ਮਹਾਰਾਜ ਨੇ ਮਨਾ ਨਹੀਂ ਕੀਤੀਆਂ ਬਾਣੀ 'ਚ। ਸਤਿਗੁਰੂ ਨੇ ਇਹ ਵੀ ਨਾਲ ਸਾਨੂੰ ਕਿਹਾ ਵੀ ਚੇਤੇ ਵਿੱਚ ਰੱਖੀ, ਜ਼ਿੰਦਗੀ ਦੀ ਅਸਲ ਸੈਟਿਸਫੈਕਸ਼ਨ ਜਿਹੜੀ ਹੈ, ਅਸਲ ਸੁੱਖ ਜਿਹੜਾ ਹੈ, ਉਹ ਸਹੂਲਤ ਵਿੱਚੋਂ ਨਹੀਂ ਲੱਭ ਸਕਦਾ। ਸਹੂਲਤ ਦਾ ਜਿਹੜਾ ਆਨੰਦ ਹੈ ਨਾ, ਉਹ ਥੋੜ੍ਹ ਚਿਰ ਹੈ, ਉਹ ਲਿਮਟਡ ਹੈ, ਇੱਕ ਦਾਇਰੇ 'ਚ ਹੈ। ਅਤੇ ਜੇ ਸੱਚਮੁੱਚ ਹੀ ਸਹੂਲਤਾਂ 'ਚ ਸੁੱਖ ਹੈ, ਤਾਂ ਇੰਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਤੂੰ ਦੁਖੀ ਕਿਉਂ ਹੁੰਦਾ ਹੈ? ਤੇਰੇ ਅੰਦਰ ਪਰੇਸ਼ਾਨੀ ਕਾਹਦੀ ਹੈ? ਢਹਿੰਦੀ ਕਲਾ ਕਿਉਂ ਆਉਂਦੀ ਹੈ? ਡਿਪਰੈਸ਼ਨ ਕਾਹਦਾ ਹੈ? ਚਿੰਤਾ ਕਾਹਦੀ ਹੈ? ਖਿਝ ਕਾਹਦੀ ਹੈ? ਫਿਰ ਤਾਂ ਹੋਣੀਆਂ ਨਹੀਂ ਸੀ ਚਾਹੀਦੀਆਂ, ਕਿਉਂਕਿ ਅੱਗੇ ਨਾਲੋਂ ਤਾਂ ਪਦਾਰਥਕ ਤੌਰ 'ਤੇ ਆਪਾਂ ਤਰੱਕੀ ਕੀਤੀ ਹੈ ਨਾ। ਹੁਣ ਤਾਂ ਆਪਾਂ ਖੱਦਰ ਨਹੀਂ ਨਾ ਪਾਉਂਦੇ ਘੱਟੋ ਘੱਟ। ਹੁਣ ਤਾਂ ਆਪਾਂ ਨੂੰ ਚੰਗਾ ਪਹਿਨਣ ਵਾਸਤੇ ਕਿਤੇ ਸਾਲਾਂ ਬੱਧੀ ਉਡੀਕ ਤਾਂ ਨਹੀਂ ਨਾ ਕਰਨੀ ਪੈਂਦੀ। ਹੁਣ ਤਾਂ ਸਾਡੇ ਘਰ, ਹੁਣ ਚੇਤੇ ਵਿੱਚ ਰੱਖਣਾ, ਅੱਗੇ ਮਸਲਾ ਸੀ ਵੀ ਬੰਦਾ ਕੀ ਖਾਵੇ, ਕਿੱਥੋਂ ਖਾਣ ਲਈ ਲੱਭੇ। ਹੁਣ ਬੰਦੇ ਦਾ ਮਸਲਾ ਹੈ ਵੀ ਕਿਹੜੇ ਟੇਸਟ ਦਾ ਖਾਵੇ। ਅੱਜ ਮਸਲਾ ਖਾਣ ਦਾ ਬਹੁਤਾ ਨਹੀਂ, ਕੀ ਖਾਧਾ ਜਾਏ, ਅੱਜ ਮਸਲਾ ਇਹ ਬਣ ਗਿਆ। ਅੱਜ ਮਸਲਾ ਇਹ ਨਹੀਂ ਹੈ ਵੀ ਪਹਿਨਣ ਵਾਸਤੇ ਕਿੱਥੋਂ, ਅੱਜ ਮਸਲਾ ਹੈ ਵੀ ਪਹਿਨਿਆ ਕੀ ਜਾਏ, ਬ੍ਰਾਂਡ ਕਿਹੜਾ ਪਹਿਨਿਆ ਜਾਏ, ਕਿਹੜੀ ਕੁਆਲਿਟੀ ਦਾ ਪਹਿਨਿਆ ਜਾਏ। ਜ਼ਰਾ ਚੇਤਾ ਕਰਕੇ ਵੇਖੋ, ਜੋ ਆਪਾਂ ਬਚਪਨ 'ਚ ਹੰਢਾਇਆ ਅਤੇ ਸਾਡੇ ਬਜ਼ੁਰਗਾਂ ਨੇ ਜੋ ਹੰਢਾਇਆ, ਉਹਦੇ ਨਾਲੋਂ ਪਦਾਰਥਕ ਤੌਰ 'ਤੇ ਤਾਂ ਅਸੀਂ ਅੱਗੇ ਹੀ ਵਧੇ ਹਾਂ, ਪਿਛਾਂਹ 'ਤੇ ਨਹੀਂ ਨਾ ਗਏ। ਪਰ ਅੱਜ ਵੀ ਜ਼ਿੰਦਗੀ ਵਿੱਚ ਉਹ ਮਾਯੂਸੀ ਅਤੇ ਉਦਾਸੀ ਹੈ। ਅੱਜ ਵੀ ਜ਼ਿੰਦਗੀ ਦੇ ਵਿੱਚ ਉਹੀ ਭਟਕਣਾ ਹੈ, ਅੱਜ ਵੀ ਉਹੀ ਖਿਝ ਹੈ, ਉਹੀ ਢਹਿੰਦੀ ਕਲਾ ਹੈ। ਕਿਉਂ ਹੈ? ਪਦਾਰਥ ਆਏ ਤਾਂ ਇਹ ਨਹੀਂ ਸੀ ਹੋਣੀਆਂ ਚਾਹੀਦੀਆਂ, ਕਿਉਂਕਿ ਸਤਿਗੁਰੂ ਨੇ ਫਰਮਾਇਆ ਵੀ ਜਿਹੜਾ ਅੰਦਰੂਨੀ ਆਤਮਿਕ ਸੁੱਖ ਹੈ, ਉਹ ਬਾਹਰ ਦੀ ਕੋਈ ਵਸਤੂ ਨਹੀਂ ਦੇ ਸਕਦੀ। ਉਹ ਪਰਮੇਸ਼ਰ ਦੀ ਯਾਦ ਵਿੱਚ ਹੈ। ਸਤਿਗੁਰੂ ਅਸਲ ਮਸਲੇ ਨੂੰ ਸਿੱਧ ਧੋ ਗਏ ਜੀਵਨ ਵਿੱਚ। ਪੀਰ ਘਰ ਨਹੀਂ ਆਵੈ, ਧਨ ਕਿਉਂ ਸੁਖ ਪਾਵੈ। ਬਿਰਹਿ ਬਿਰੋਧ ਤਨ ਛੀਜੈ। ਸਤਿਗੁਰੂ ਆਖਦੇ, ਬਿਰਹੇ ਦੇ ਵਿੱਚ, ਵਿਛੋੜੇ ਦੇ ਵਿੱਚ ਤੇਰਾ ਅੰਦਰ ਲੁੱਛਦਾ ਜਾਏਗਾ, ਤੇਰਾ ਅੰਦਰ ਦੁਖੀ ਹੀ ਰਹੇਗਾ। ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀਜੈ। ਹਜ਼ੂਰ ਆਖਦੇ, ਬੰਦਿਆ ਵੇਖ ਤੇ ਸਹੀ, ਇਸ ਰੁੱਤ ਵਿੱਚ ਨਾ ਕੋਇਲ ਵੀ ਅੰਬ ਦੇ ਰੁੱਖ ਦੇ ਉੱਤੇ ਬਹਿ ਕੇ ਗਾਉਂਦੀ ਹੈ, ਆਨੰਦ ਮਾਣਦੀ ਹੈ ਉਹ ਬਸੰਤ ਦਾ।
ਕਿ ਤੂੰ ਕੁਦਰਤ ਅੰਦਰ ਵਸੇ ਹੋਏ ਆਪਣੇ ਪਿਆਰੇ ਮਹਿਬੂਬ ਪਰਮੇਸ਼ਰ ਦੇ ਹੋਣ ਦਾ ਇਵੇਂ ਆਨੰਦ ਮਾਣ ਸਕਦਾ ਜਿਵੇਂ ਕੋਇਲ ਜਿਹੜੀ ਆ ਉਹ ਬਸੰਤ ਰੁੱਤ ਆਉਣ ਦੇ ਉੱਤੇ ਆਨੰਦ ਮਾਣਦੀ ਤੇ ਗਾਉਂਦੀ ਆ। ਸਤਿਗੁਰੂ ਨੇ ਸਾਡਾ ਧਿਆਨ ਖਿੱਚਿਆ ਉਸ ਪਾਸੇ ਵੱਲ। ਹੁਣ ਤਾਂ ਅਸੀਂ ਇਹੋ ਜਿਹੇ ਹੋ ਗਏ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਤਾਰੇ ਵੀ ਹੁੰਦੇ ਨੇ ਅਸਮਾਨ ਦੇ ਵਿੱਚ। ਹੁਣ ਸਾਨੂੰ ਨਹੀਂ ਪਤਾ ਲੱਗਦਾ, ਅਸੀਂ ਨਾ ਤਾਰੇ ਵੇਖਦੇ ਹਾਂ ਅਤੇ ਨਾ ਗਿਣਦੇ ਹਾਂ। ਨਾ ਚੰਦਰਮਾ ਦੇ ਚੜ੍ਹਨ ਦਾ ਪਤਾ ਲੱਗਦਾ ਅਤੇ ਨਾ ਸਾਨੂੰ ਇਹ ਪਤਾ ਲੱਗਦਾ ਵੀ ਹਵਾ ਰੁਮਕ ਕੇ ਜਦੋਂ ਪੱਤਿਆਂ ਵਿੱਚ ਦੀ ਖਹਿ ਕੇ ਲੰਘਦੀ ਉਹਦਾ ਆਨੰਦ ਕੀ ਹੁੰਦਾ। ਕੁਦਰਤ ਨਾਲੋਂ ਅਸੀਂ ਇੰਨੇ ਦੂਰ ਚਲੇ ਗਏ ਹਾਂ। ਅਸੀਂ ਆਪਣੀ ਜੜ੍ਹ ਅਤੇ ਮਿੱਟੀ ਨਾਲੋਂ ਟੁੱਟ ਗਿਆ ਇਨਸਾਨ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀਜੈ ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾਂ ਮਰ ਮਾਏ। ਭਵਰਾ ਫੁੱਲਾਂ 'ਤੇ ਗੁੰਜਾਰ ਪਾਉਂਦਾ ਹੈ, ਡਾਲੀਆਂ 'ਤੇ ਬਹਿੰਦਾ ਹੈ, ਆਨੰਦ ਲੈ ਰਿਹਾ ਹੈ ਬਸੰਤ ਰੁੱਤ ਦੇ ਖੇੜੇ ਦਾ, ਬਨਸਪਤ ਦਾ। ਮਹਾਰਾਜ ਕਹਿੰਦੇ ਨੇ, ਹੇ ਮੇਰੀ ਮਾਂ, ਮੈਂ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਵਿਛੜ ਕੇ ਕਿਵੇਂ ਮਰਾਂ, ਕਿਉਂ ਨਾ ਮਰ ਜਾਵਾਂ, ਕਿਉਂ ਨਾ ਮੇਰੇ ਜੀਵਨ 'ਚ ਦੁੱਖ ਆਏ। ਜਦੋਂ ਮੇਰੇ ਅੰਦਰ ਵਿਛੋੜਾ ਹੈ, ਮੈਂ ਉਸ ਪਰਮੇਸ਼ਰ ਦੇ ਨੇੜੇ ਹੋਣ ਦਾ ਅਹਿਸਾਸ ਨਹੀਂ ਕੀਤਾ। ਨਾਨਕ ਚੇਤ ਸਹਿਜ ਸੁਖ ਪਾਵੈ, ਜੇ ਹਰ ਵਾਰ ਘਰ ਧਨ ਪਾਏ। ਸਤਿਗੁਰੂ ਆਖਦੇ ਨੇ, ਨਾਨਕ ਚੇਤ ਦੇ ਮਹੀਨੇ ਦਾ ਉਪਦੇਸ਼ ਸਮਾਪਤ ਕਰਦਿਆਂ ਸਤਿਗੁਰੂ ਕਹਿੰਦੇ ਸਹਿਜ ਦਾ ਮਤਲਬ ਹੈ ਅੰਦਰ ਦਾ ਟਿਕਾਓ, ਸੁਖ ਦਾ ਮਤਲਬ ਹੈ ਆਤਮਕ ਆਨੰਦ, ਅੰਦਰ ਦਾ ਖੇੜਾ, ਜੀਵਨ ਦਾ ਮੌਲ ਉੱਠਣਾ। ਸਹਿਜ ਸੁਖ ਪਾਵੈ, ਕਦੋਂ ਪਾਵੇ, ਜੇ ਹਰ ਵਾਰ ਘਰ ਧਨ ਪਾਏ। ਹਰੀ ਪਰਮੇਸ਼ਰ ਨੂੰ ਜੇ ਇਹ ਜਿੰਦ ਆਪਣੇ ਹਿਰਦੇ ਵਿੱਚੋਂ, ਆਪਣੇ ਆਪ ਵਿੱਚੋਂ ਖੋਜ ਲਵੇ, ਆਪਣੇ ਆਪ ਵਿੱਚੋਂ ਲੱਭ ਲਵੇ। ਸਾਹਿਬ ਕਿਰਪਾ ਕਰਨ, ਸਤਿਗੁਰੂ ਮਹਾਰਾਜ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ, ਸਾਡੇ ਜੀਵਨ ਦਾ ਸ਼ਿੰਗਾਰ ਬਣੇ। ਐਸੀ ਕਿਰਪਾ ਬਖਸ਼ਿਸ਼ ਕਰਨ। ਹਰ ਸਮਾਂ, ਹਰ ਘੜੀ ਅਤੇ ਹਰ ਪਲ ਸਭਨਾਂ ਦੇ ਲਈ ਚੜ੍ਹਦੀ ਕਲਾ ਵਾਲਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਤਮਕ ਆਨੰਦ ਵਾਲਾ ਬਖਸ਼ਿਸ਼ ਕਰਨ। ਬਤੌਰ ਸਿੱਖ ਸਾਨੂੰ ਸਤਿਗੁਰੂ ਦਾ ਹੁਕਮ ਅਤੇ ਪ੍ਰੇਰਨਾ ਹੈ ਵੀ ਅਸੀਂ ਸਦਾ ਹੀ ਅਰਦਾਸ ਕਰਨੀ ਹੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ, ਤਿਤੈ ਲੇਹੋ ਉਬਾਰ। ਸਹਿ ਮਹਾਰਾਜ ਰਹਿਮਤ ਕਰਨ, ਸਭਨਾਂ ਨੂੰ ਚੜ੍ਹਦੀ ਕਲਾ, ਸਮੂਹ ਜਗਤ ਨੂੰ ਚੜ੍ਹਦੀ ਕਲਾ, ਤੰਦਰੁਸਤੀਆਂ ਔਰ ਆਪਣੇ ਦਰ ਦਾ ਪ੍ਰੇਮ ਬਖਸ਼ਿਸ਼ ਕਰਨ। ਭੁੱਲ ਚੁੱਕ ਦੀ ਸਤਿਗੁਰੂ ਜੀ ਖਿਮਾ ਬਖਸ਼ਣ। ਆਪ ਸਾਰਿਆਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।